ਕੀ ਤੁਸੀਂ ਯੂਕੇ ਜਾਣਾ ਚਾਹੁੰਦੇ ਹੋ, ਕੈਨੇਡਾ ਜਾਣਾ ਚਾਹੁੰਦੇ ਹੋ, ਆਸਟ੍ਰੇਲੀਆ ਜਾਣਾ ਚਾਹੁੰਦੇ ਹੋ, ਸ਼ੈਂਗਨ ਕੰਟਰੀਆਂ ਦੇ ਵਿੱਚ ਜਰਮਨੀ ਜਾਣਾ ਚਾਹੁੰਦੇ ਹੋ, ਪੋਲੈਂਡ ਜਾਣਾ ਚਾਹੁੰਦੇ ਹੋ, ਹੰਗਰੀ ਜਾਣਾ ਚਾਹੁੰਦੇ ਹੋ ਔਰ ਲਤਾਵੀਆ ਜਾਣਾ ਚਾਹੁੰਦੇ ਹੋ। ਆਇਲਸ ਕੀਤੀ ਨਹੀਂ ਕੀਤੀ, ਸਟੱਡੀ ਦੇ ਵਿੱਚ ਗੈਪ ਹੈ, ਐਕੈਡਮਿਕਸ ਦੇ ਵਿੱਚ ਘੱਟ ਨੰਬਰ ਨੇ, ਸਿੰਗਲ ਜਾਣਾ ਚਾਹੁੰਦੇ ਹੋ ਜਾਂ ਫਿਰ ਸਪਾਊਸ ਦੇ ਨਾਲ ਜਾਣਾ ਚਾਹੁੰਦੇ ਹੋ, ਜਾਂ ਫਿਰ ਤੁਸੀਂ ਰਿਫਿਊਜ਼ਡ ਹੋ ਪਹਿਲੇ ਕਿਸੇ ਕੰਟਰੀ ਤੋਂ, ਤੇ WDIC ਤੁਹਾਡੇ ਵਾਸਤੇ ਖਾਸ ਤੌਰ ਤੇ ਲੈ ਕੇ ਆਇਆ ਹੈ ਇੱਕ ਛੱਤ ਥੱਲੇ ਸਾਂਝਾ ਸਿੱਖਿਆ ਮੇਲਾ, ਜੋ ਕਿ ਹੋ ਰਿਹਾ ਹੈ ਤੁਹਾਡੇ ਆਪਣੇ ਨਜ਼ਦੀਕੀ ਸ਼ਹਿਰਾਂ ਦੇ ਵਿੱਚ। 13 ਤਰੀਕ ਬਠਿੰਡਾ, 14 ਤਰੀਕ ਨਵਾਂ ਸ਼ਹਿਰ, 15 ਤਰੀਕ ਲੁਧਿਆਣਾ, 16 ਤਰੀਕ ਚੰਡੀਗੜ੍ਹ, 17 ਤਰੀਕ ਹੁਸ਼ਿਆਰਪੁਰ ਔਰ 18 ਤਰੀਕ ਜਲੰਧਰ। अपॉइंटमेंट बुक करने लिए हुनी कॉल करो 7652815281 ਤੇ। ਹੈਲੋ ਐਂਡ ਵੈਲਕਮ, ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਹਰਜੋਤ ਕੌਰ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਜੀ ਤੁਹਾਡੇ ਆਪਣੇ ਮਨਪਸੰਦ ਇਮੀਗ੍ਰੇਸ਼ਨ ਸ਼ੋਅ ਉਡਾਰੀ ਵਿਦੇਸ਼ਾਂ ਨੂੰ। ਸੋ ਹਮੇਸ਼ਾ ਇੱਕ ਸਹੀ ਆਪਸ਼ਨ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿ ਸਟੂਡੈਂਟਸ ਜਿਹੜੇ ਸੁਪਨਾ ਦੇਖਦੇ ਨੇ ਕਿ ਅਸੀਂ ਵਿਦੇਸ਼ ਜਾਈਏ, ਉੱਥੇ ਸੈਟਲ ਹੋ ਜਾਈਏ, ਇੱਕ ਚੰਗੀ ਆਪਸ਼ਨ ਸਾਨੂੰ ਸਾਡੇ ਪ੍ਰੋਫਾਈਲ ਦੇ ਅਕੋਰਡਿੰਗਲੀ ਮਿਲ ਜਾਏ। ਸੋ ਉਹਨਾਂ ਨੂੰ ਉਹਨਾਂ ਦਾ ਰਾਹ ਵਿਖਾਉਣ ਦੀ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਤੇ ਅੱਜ ਆਪਾਂ ਖਾਸ ਤੌਰ ਤੇ ਸ਼ੈਂਗਨ ਕੰਟਰੀਜ਼ ਬਾਰੇ ਗੱਲ ਕਰਾਂਗੇ। ਕਿਉਂ ਉੱਥੇ ਜਾਣਾ ਚਾਹੀਦਾ ਤੇ ਬਾਕੀ ਕੰਟਰੀਜ਼ ਤੋਂ ਕਿਵੇਂ ਡਿਫਰੈਂਟ ਹੈ, ਇੱਥੇ ਜਾ ਕੇ ਤੁਹਾਨੂੰ ਕਿਸ ਤਰ੍ਹਾਂ ਦੀ ਅੱਛੀ ਆਪਸ਼ਨਸ ਮਿਲ ਸਕਦੀਆਂ ਨੇ ਤੇ ਵਿਦਆਊਟ ਆਇਲਸ ਆਪਸ਼ਨਸ ਦੀ ਹੀ ਗੱਲ ਹੈ। ਨਾਲ ਦੀ ਨਾਲ ਅਗਰ ਤੁਸੀਂ ਮਾਸਟਰਸ ਲਈ ਜਾਣਾ ਚਾਹੁੰਦੇ ਹੋ 10 ਸਾਲ ਦੇ ਗੈਪ ਦੇ ਨਾਲ ਵੀ ਤੁਸੀਂ ਕਿਵੇਂ ਅਪਲਾਈ ਕਰ ਸਕਦੇ ਹੋ। ਜਿਹੜੇ +2 ਤੋਂ ਬਾਅਦ ਜਾਣਾ ਚਾਹੁੰਦੇ ਨੇ ਉਹ ਵੀ 2-3 ਸਾਲ ਦੇ ਗੈਪ ਦੇ ਨਾਲ ਜਾ ਸਕਦੇ ਨੇ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਮੈਂ ਤੁਹਾਡੀ ਮੁਲਾਕਾਤ ਕਰਾਉਣਾ ਚਾਹਾਂਗੀ ਜਿਹੜੇ ਅੱਜ ਸਾਡੇ ਮਹਿਮਾਨ ਸਾਡੇ ਨਾਲ ਮੌਜੂਦ ਨੇ ਜੀ। WDIC ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਤੋਂ ਵੀਜ਼ਾ ਐਕਸਪਰਟ ਮਿਸਟਰ ਜੋਰਾਵਰ ਸਿੰਘ ਜੀ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਸਰ। ਸਤਿ ਸ਼੍ਰੀ ਅਕਾਲ। WDIC ਦੀ ਸਮੁੱਚੀ ਟੀਮ ਵੱਲੋਂ ਹਰਜੋਤ ਜੀ ਤੁਹਾਨੂੰ ਤਾਂ ਸਾਡੇ ਵਿਊਅਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਬਿਲਕੁਲ। ਸੋ ਅੱਜ ਆਪਾਂ ਯੂਰਪ, ਪੋਲੈਂਡ, ਹੰਗਰੀ ਔਰ ਲਾਤਵੀਆ ਬਾਰੇ ਗੱਲ ਕਰਨਾ ਚਾਹਾਂਗੇ ਤੇ ਮੈਂ ਸ਼ੁਰੂ ਵਿੱਚ ਹੀ ਇੱਕ ਥੋੜਾ ਜਿਹਾ ਤੁਹਾਡੇ ਤੋਂ ਇਸ ਦਾ ਕਨਸੈਪਟ ਸਮਝਣਾ ਚਾਹੂੰਗੀ ਕਿ ਸਟੂਡੈਂਟਸ ਦਾ ਰੁਝਾਨ ਇਹਨਾਂ ਕੰਟਰੀਜ਼ ਵੱਲ, ਸ਼ੈਂਗਨ ਕੰਟਰੀਜ਼ ਵੱਲ ਕਿਉਂ ਰੁਝਾਨ ਘੱਟ ਰਹਿੰਦਾ। ਅਕਸਰ ਜਦੋਂ ਸਟੱਡੀ ਵੀਜ਼ਾ ਦੀ ਗੱਲ ਆਉਂਦੀ, ਬਾਹਰ ਜਾਣ ਦੀ ਗੱਲ ਆਉਂਦੀ ਹੈ, ਸਭ ਤੋਂ ਪਹਿਲਾਂ ਕੈਨੇਡਾ, ਆਸਟ੍ਰੇਲੀਆ, UK ਇਹੀ ਕਿਉਂ ਪਹਿਲੀ ਚੋਇਸ ਰਹਿੰਦੇ ਆ। ਬਹੁਤ ਹੀ ਅੱਛਾ ਸਵਾਲ ਪੁੱਛਿਆ ਹਰਜੋਤ ਜੀ। ਬੇਸਿਕਲੀ ਕੈਨੇਡਾ, ਆਸਟ੍ਰੇਲੀਆ ਜਾਣ ਪਿੱਛੇ ਮਕਸਦ ਬੱਚਿਆਂ ਦਾ ਇਹ ਹੁੰਦਾ ਹੈ ਕਿ ਅਸੀਂ ਉੱਥੇ ਜਾ ਕੇ ਘੱਟ ਟਾਈਮ ਦੇ ਵਿੱਚ ਕਿੱਦਾਂ PR ਸੈਟਲ ਕਰ ਲਈਏ, ਆਪਣੇ ਆਪ ਨੂੰ ਕਿੱਦਾਂ PR ਹੋ ਜਾਈਏ। ਲੇਕਿਨ ਜ਼ਿਆਦਾਤਰ ਬੱਚੇ ਫਸ ਜਾਂਦੇ ਆ ਕਿਉਂਕਿ ਉਹਨਾਂ ਕੋਲ ਆਇਲਸ ਨਹੀਂ ਹੁੰਦੀ, ਜਿਹੜਾ ਮੇਨ ਰੀਜ਼ਨ ਹੈ ਇਸ ਕੰਟਰੀਆਂ 'ਚ ਬੱਚੇ ਨਹੀਂ ਪਹੁੰਚ ਪਾਉਂਦੇ। ਜਿਹੜੇ ਤਾਂ ਬੱਚੇ ਐਕਸਲੈਂਟ ਆ ਐਕੈਡਮਿਕਸ ਦੇ ਵਿੱਚ ਉਹ ਤਾਂ ਕਿੱਦਾਂ ਵੀ ਕਰਕੇ ਆਇਲਸ ਕਰਕੇ ਸੈਟਲ ਹੋ ਜਾਂਦੇ ਆ ਟਾਈਮ ਸਿਰ, ਲੇਕਿਨ ਜਿਹੜੇ ਕੁਝ ਬੱਚੇ ਰਹਿ ਜਾਂਦੇ ਨੇ ਆਇਲਸ ਵਿੱਚੋਂ ਉਹਨਾਂ ਕੋਲ ਕੋਈ ਆਪਸ਼ਨ ਨਹੀਂ ਰਹਿ ਜਾਂਦੀ, ਨਾ ਹੀ ਕੈਨੇਡਾ ਨਾ ਹੀ ਆਸਟ੍ਰੇਲੀਆ, ਕਿਉਂਕਿ ਉਹਨਾਂ ਲਈ ਐਕੈਡਮਿਕਸ ਬਹੁਤ ਅੱਛੇ ਚਾਹੀਦੇ ਨੇ। ਤਾਂ ਇੱਥੇ WDIC ਬਹੁਤ ਵਾਈਟਲ ਰੋਲ ਪਲੇ ਕਰਦਾ ਹੈ ਔਰ WDIC ਕੰਟਰੀਆਂ ਸ਼ੈਂਗਨ ਕੰਟਰੀਆਂ ਦੇ ਪ੍ਰੋਡਕਟ ਲੈ ਕੇ ਆਇਆ ਹੈ। ਤਾਂ ਬੱਚੇ ਜਿਹੜੇ ਸ਼ੈਂਗਨ ਕੰਟਰੀਆਂ ਵਿੱਚ ਆਪਣਾ ਫਿਊਚਰ ਬਣਾਉਣਾ ਚਾਹੁੰਦੇ ਨੇ ਉਹ ਇਸ ਪ੍ਰੋਡਕਟ ਦੇ ਬਾਰੇ ਜਾਣ ਸਕਦੇ ਨੇ। ਜਿਹਦੇ ਵਿੱਚ ਗ੍ਰੈਜੂਏਟ ਪ੍ਰੋਗਰਾਮ ਲਈ ਵੀ ਜਾ ਸਕਦੇ ਨੇ ਤਾਂ ਮਾਸਟਰ ਪ੍ਰੋਗਰਾਮ ਲਈ ਵੀ ਜਾ ਸਕਦੇ ਨੇ ਜੀ। ਠੀਕ ਹੈ, ਬਿਲਕੁਲ। ਤੇ ਆਪਾਂ ਪਹਿਲਾਂ ਗ੍ਰੈਜੂਏਸ਼ਨ ਲਈ ਹੀ ਗੱਲ ਕਰਦੇ ਹਾਂ, ਜਿਹੜੇ ਸਟੂਡੈਂਟਸ ਗ੍ਰੈਜੂਏਸ਼ਨ ਪ੍ਰੋਗਰਾਮ ਲਈ ਜਾਣਾ ਚਾਹੁੰਦੇ ਨੇ, ਕਿਉਂਕਿ ਅਸੀਂ ਜਿਵੇਂ ਕਿ ਮੈਂ ਗੱਲ ਕੀਤੀ ਹੈ +2 ਤੋਂ ਬਾਅਦ ਤੁਸੀਂ ਜਾਣਾ ਤਾਂ 50% ਮਾਰਕਸ ਦੇ ਨਾਲ ਵਿਦਆਊਟ ਆਇਲਸ 2-3 ਸਾਲ ਦਾ ਗੈਪ ਹੈ, ਤੁਸੀਂ ਅਪਲਾਈ ਕਰ ਸਕਦੇ ਹੋ। ਤਾਂ ਗ੍ਰੈਜੂਏਸ਼ਨ ਸਟੂਡੈਂਟਸ ਜਿਹੜੇ ਗ੍ਰੈਜੂਏਸ਼ਨ ਲਈ ਜਾਣਾ ਚਾਹੁੰਦੇ ਨੇ ਕਿਸ ਤਰ੍ਹਾਂ ਦੀ ਆਪਸ਼ਨਸ ਨੇ ਤੇ ਕਦੋਂ ਅਪਲਾਈ ਕਰਨ। ਦੇਖੋ ਜੀ, ਪਹਿਲੀ ਗੱਲ ਤਾਂ ਮੈਂ ਇਹ ਕਹੂੰਗਾ ਕਿ ਜਿਹੜੀ WDIC ਹੁਣ ਪ੍ਰੋਗਰਾਮ ਲੈ ਕੇ ਆਇਆ, ਪ੍ਰੋਡਕਟਸ ਲੈ ਕੇ ਆਇਆ ਹੈ, ਇਹਦੇ ਵਿੱਚ ਸ਼ੈਂਗਨ ਕੰਟਰੀਆਂ ਆਪਾਂ 3 ਕੰਟਰੀਆਂ ਇਨਕਲੂਡ ਕਰ ਰਹੇ ਨੇ, ਜਿਹਦੇ ਵਿੱਚ ਹੰਗਰੀ ਆ ਗਿਆ ਜੀ, ਪੋਲੈਂਡ ਆ ਗਿਆ ਔਰ ਲਾਤਵੀਆ ਆ ਗਿਆ। ਇਹ 3 ਕੰਟਰੀਆਂ ਕਰ ਰਹੇ ਹਰਜੋਤ ਜੀ। ਜਿੱਥੇ ਤੱਕ ਤੁਸੀਂ ਅਕੈਡਮਿਕ ਐਲੀਜੀਬਿਲਿਟੀ ਦੀ ਗੱਲ ਕੀਤੀ ਹੈ ਤਾਂ ਜਿਹੜੇ ਬੱਚੇ +2 ਜਿਨ੍ਹਾਂ ਨੇ ਕੀਤੀ ਹੈ 2019 ਜਾਂ 19 ਤੋਂ ਬਾਅਦ ਉਹਨਾਂ ਦੀ ਜਿਹੜੀ ਪਰਸੈਂਟੇਜ ਹੈ ਉਹ 55 to 60 ਹੈ ਔਰ ਇਹ ਬੱਚੇ ਗ੍ਰੈਜੂਏਸ਼ਨ ਲਈ ਜਾਣਗੇ। ਤਾਂ ਜਿਹੜੇ ਬੱਚਿਆਂ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ ਉਹਨਾਂ ਦਾ 8 ਤੋਂ 10 ਸਾਲ ਦਾ ਗੈਪ ਆ, ਉਹ ਬੱਚੇ ਮਾਸਟਰਸ ਪ੍ਰੋਗਰਾਮ ਲਈ ਜਾਣਗੇ। ਤਾਂ ਉੱਥੇ ਵੀ ਅਕੈਡਮਿਕ ਪਰਸੈਂਟੇਜ ਜਿਹੜੀ ਆ ਉਹ 55 to 60% ਹੈ। ਠੀਕ ਹੈ ਜੀ ਜੀ ਜੀ, ਬਿਲਕੁਲ। ਸੋ ਆਪਾਂ ਅੱਜ ਖਾਸ ਤੌਰ ਤੇ ਸ਼ੈਂਗਨ ਕੰਟਰੀਜ਼ ਬਾਰੇ ਗੱਲ ਕਰ ਰਹੇ ਹਾਂ ਕਿਉਂਕਿ ਅਕਸਰ ਸਭ ਨੂੰ ਲੱਗਦਾ ਹੈ ਕਿ ਜੇ ਸਾਡਾ ਕੈਨੇਡਾ, ਆਸਟ੍ਰੇਲੀਆ, UK ਨਹੀਂ ਬਣ ਰਿਹਾ, ਸਾਡੇ ਕੋਲ ਸ਼ਾਇਦ ਲਾਸਟ ਆਪਸ਼ਨ ਹੈ ਤੇ ਸਾਨੂੰ ਸ਼ੈਂਗਨ ਕੰਟਰੀਜ਼ ਜਾਣਾ ਚਾਹੀਦਾ। ਪਰ ਸ਼ੈਂਗਨ ਕੰਟਰੀਜ਼ ਜਾਣ ਦੇ ਕੀ ਬੈਨੀਫਿਟ ਤੁਹਾਨੂੰ ਮਿਲ ਸਕਦੇ ਨੇ ਉਹ ਅੱਜ ਇਸ ਪ੍ਰੋਗਰਾਮ 'ਚ ਆਪਾਂ ਕੰਟੀਨਿਊ ਗੱਲਬਾਤ ਕਰਨੀ। ਇਸ ਲਈ ਪੂਰਾ ਸ਼ੋਅ ਅਖੀਰ ਤੱਕ ਤੁਸੀਂ ਬਣੇ ਰਹਿਣਾ ਹੈ, ਗੱਲਬਾਤ ਸੁਣਦੇ ਰਹਿਣਾ ਤਾਂ ਕਿ ਤੁਸੀਂ ਵੀ ਸਮਝ ਸਕੋ। ਅਪਲਾਈ ਕਰਨਾ ਚਾਹੋ ਤਾਂ ਟਾਈਮਲੀ ਜੋ ਹੈ ਤੁਸੀਂ ਅਪਲਾਈ ਕਰ ਸਕੋ। ਲਗਾਤਾਰ ਨੰਬਰ ਵੀ ਡਿਸਪਲੇ ਹੋ ਰਿਹਾ ਸਕਰੀਨ ਦੇ ਉੱਪਰ, ਇਹ ਨੰਬਰ ਤੁਸੀਂ ਨੋਟ ਕਰ ਲਓ। ਕੋਈ ਵੀ ਸਵਾਲ ਤੁਹਾਡਾ ਹੋਵੇ ਤੁਹਾਡੀ ਪ੍ਰੋਫਾਈਲ ਨੂੰ ਲੈ ਕੇ ਇਸ ਨੰਬਰ ਤੇ ਕਾਲ ਕਰਕੇ ਤੁਸੀਂ WDIC ਦੀ ਟੀਮ ਦੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਇਹਨਾਂ ਦੇ ਆਫਿਸ ਵੀ ਵਿਜ਼ਿਟ ਕਰ ਸਕਦੇ ਹੋ। ਹੁਸ਼ਿਆਰਪੁਰ, ਨਵਾਂ ਸ਼ਹਿਰ, ਲੁਧਿਆਣਾ, ਚੰਡੀਗੜ੍ਹ, ਬਠਿੰਡਾ ਅਤੇ ਜਲੰਧਰ ਵਿੱਚ ਇਹਨਾਂ ਦੀ ਬ੍ਰਾਂਚਿਸ ਨੇ। ਜਿੱਥੇ ਵੀ ਤੁਹਾਨੂੰ ਨੇੜੇ ਲੱਗੇ ਤੁਸੀਂ ਆਪਣੇ ਡਾਕੂਮੈਂਟਸ ਲੈ ਕੇ ਆਪਣੇ ਪੇਰੈਂਟਸ ਨੂੰ ਨਾਲ ਲੈ ਕੇ ਵਿਜ਼ਿਟ ਕਰੋ ਤਾਂ ਕਿ ਟਾਈਮਲੀ ਅਸੈਸਮੈਂਟ ਦੇ ਬਾਅਦ ਚੰਗੀ ਗਾਈਡੈਂਸ ਦੇ ਨਾਲ ਤੁਸੀਂ ਵੀ ਆਪਣਾ ਸੁਪਨਾ ਸਾਕਾਰ ਕਰ ਸਕੋ ਵਿਦੇਸ਼ ਜਾਣ ਦਾ। ਤੇ ਮੈਂ ਥੋੜਾ ਜਿਹਾ
ਤੇ ਹੋਰ ਆਪਾਂ ਕਰੀਏ ਕਿ ਪੋਲੈਂਡ ਬਾਰੇ ਜਾਂ ਹੰਗਰੀ ਜਾਂ ਲਾਤਵੀਆ ਦੀ ਗੱਲ ਕਰਦੇ ਹਾਂ ਤਾਂ ਇਹਨਾਂ ਸਭ ਥਾਂ ਤੇ ਅਲੱਗ-ਅਲੱਗ ਰਿਕੁਆਇਰਮੈਂਟਸ ਰਹਿੰਦੀਆਂ ਨੇ, ਕਿਸ ਤਰੀਕੇ ਸਟੂਡੈਂਟ ਇਹਨਾਂ ਸਭ ਕੰਟਰੀਜ਼ ਨੂੰ ਸਮਝ ਸਕਦੇ ਆ? ਦੇਖੋ ਜੀ, ਜੇ ਆਪਾਂ ਰਿਕੁਆਇਰਮੈਂਟ ਦੀ ਗੱਲ ਕਰੀਏ, ਐਕੈਡਮਿਕ ਐਲੀਜੀਬਿਲਿਟੀ ਦੀ ਗੱਲ ਕਰੀਏ ਤਾਂ ਐਲੀਜੀਬਿਲਿਟੀ ਤਾਂ ਲਗਭਗ ਉਹੀ ਹੈ ਜੋ ਮੈਂ ਤੁਹਾਨੂੰ ਦੱਸ ਚੁੱਕੀ ਹੈ। ਇਹਦੇ ਵਿੱਚ ਸਭ ਤੋਂ ਵੱਡਾ ਐਡਵਾਂਟੇਜ ਜਿਹੜੇ ਬੱਚਿਆਂ ਨੂੰ ਹੈ, ਤੁਸੀਂ ਕੈਨੇਡਾ ਦੇ ਵਿੱਚ ਸੁਣਿਆ ਹੋਣਾ GC ਅਕਾਊਂਟ ਦੀ ਲੋੜ ਹੁੰਦੀ ਹੈ, ਜਰਮਨੀ ਦੇ ਵਿੱਚ ਬਲੌਕ ਅਕਾਊਂਟ ਦੀ ਲੋੜ ਹੁੰਦੀ ਹੈ, ਲੇਕਿਨ ਇਹ ਤਿੰਨਾਂ ਕੰਟਰੀਆਂ ਦੇ ਵਿੱਚ ਹੰਗਰੀ, ਪੋਲੈਂਡ, ਲਾਤਵੀਆ ਦੇ ਵਿੱਚ ਕੋਈ ਬਲੌਕ ਅਕਾਊਂਟ ਦੀ ਲੋੜ ਨਹੀਂ। ਇਹ ਸਭ ਤੋਂ ਵੱਡਾ ਐਡਵਾਂਟੇਜ ਹੈ। ਦੂਜੀ ਗੱਲ, देयर इज नो नीड फॉर आइल्स, ਬੱਚੇ ਨੂੰ ਕੋਈ ਆਇਲਸ ਕਰਨ ਦੀ ਵੀ ਲੋੜ ਨਹੀਂ। ਤਾਂ ਬੱਚੇ ਨੂੰ ਹੋਰ ਕੀ ਚਾਹੀਦਾ, ਜਿੱਥੇ ਕੋਈ ਬਲੌਕ ਅਕਾਊਂਟ ਸ਼ੋ ਕਰਨ ਦੀ ਲੋੜ ਨਹੀਂ, ਕੋਈ ਆਇਲਸ ਕਰਨ ਦੀ ਲੋੜ ਨਹੀਂ, ਔਰ ਬਹੁਤ ਹੀ ਨੋਮੀਨਲ ਖਰਚੇ ਦੇ ਵਿੱਚ, ਬਹੁਤ ਹੀ ਘੱਟ ਖਰਚੇ ਵਿੱਚ ਬੱਚਾ ਇਸ ਸ਼ੈਂਗਨ ਕੰਟਰੀਆਂ ਦੇ ਮੁਲਕਾਂ ਦੇ ਵਿੱਚ ਜਾ ਕੇ ਪੜ੍ਹਾਈ ਕਰ ਸਕਦਾ ਔਰ ਸੈਟਲ ਹੋ ਸਕਦਾ। ਹਰਜੋਤ ਜੀ, ਮੈਂ ਗੱਲ ਇੱਥੇ ਕਹਿਣਾ ਚਾਹੂੰਗਾ ਤੁਹਾਨੂੰ ਖਾਸ ਤੌਰ ਤੇ, ਮੇਰੇ ਕੋਲ ਕਈ ਬੱਚੇ ਆਉਂਦੇ ਆਫਿਸ ਵਿਜ਼ਿਟ ਕਰਦੇ ਨੇ ਸਾਡੇ ਸਾਰੇ ਬ੍ਰਾਂਚਸ ਦੇ ਵਿੱਚ, ਉਹ ਇਹੀ ਕਹਿੰਦੇ ਨੇ ਜਿਹੜੇ 20 ਸਾਲਾਂ ਦੇ, 21 ਸਾਲਾਂ ਦੇ ਆ, 19 ਸਾਲਾਂ ਦੇ, +2 ਕੀਤੀ ਆ, ਸਾਨੂੰ ਜੀ ਸ਼ੈਂਗਨ ਦਾ ਵਿਜ਼ਟਰ ਵੀਜ਼ਾ ਲਵਾ ਦਿਓ, ਪੋਰਤੁਗਲ ਦਾ ਵੀਜ਼ਾ ਲਵਾ ਦਿਓ। ਕਿਉਂ ਬੱਚੇ ਬਾਹਰ ਸ਼ੈਂਗਨ ਨੂੰ ਜਾਣਾ ਚਾਹੁੰਦੇ? ਤੁਸੀਂ ਸਮਝ ਸਕਦੇ ਹੋ ਕਿ ਬੱਚਿਆਂ ਦਾ ਇੱਕ ਮੋਟਿਵ ਹੁੰਦਾ ਵੀ ਕਿੱਦਾਂ ਵੀ ਕਰਕੇ ਨਿਕਲ ਜਾਈਏ, ਸੈਟਲ ਹੋ ਜਾਈਏ। ਬਿਲਕੁਲ। ਤਾਂ ਕਿਉਂ ਨਾ ਜੈਨੂਇਨ ਤਰੀਕੇ ਨਾਲ ਜਾਇਆ ਜਾਏ? ਬਿਲਕੁਲ ਬਿਲਕੁਲ। ਜੇ ਤੁਹਾਨੂੰ ਕੋਈ ਆਇਲਸ ਕਰਨ ਦੀ ਲੋੜ ਨਹੀਂ, ਕੋਈ ਬਲੌਕ ਅਕਾਊਂਟ ਸ਼ੋ ਕਰਨ ਦੀ ਲੋੜ ਨਹੀਂ, ਔਰ ਬਹੁਤ ਘੱਟ ਖਰਚੇ ਦੇ ਵਿੱਚ ਜੇ ਤੁਸੀਂ ਸ਼ੈਂਗਨ ਮੁਲਕਾਂ ਦੇ ਵਿੱਚ ਜਾ ਸਕਦੇ ਹੋ, ਤਾਂ ਪੜ੍ਹਾਈ ਕਰੋ, ਆਪਣਾ ਕੈਰੀਅਰ ਬਣਾਓ ਔਰ ਸੈਟਲ ਹੋ ਜਾਓ। ਸਭ ਤੋਂ ਬੈਸਟ ਆਪਸ਼ਨ ਹੈ। ਤਾਂ ਇਹ ਮੈਂ ਕਹੂੰਗਾ ਸਭ ਤੋਂ ਅੱਛਾ ਪ੍ਰੋਡਕਟ ਹੈ। ਬਿਲਕੁਲ ਸਹੀ ਕਿਹਾ ਤੁਸੀਂ, ਕਿਉਂਕਿ ਜਿਵੇਂ ਸਰ ਨੇ ਗੱਲ ਕੀਤੀ ਹੈ, ਵਾਕਈ ਕਈ ਵਾਰੀ ਪੇਰੈਂਟਸ ਵੀ ਸਰ ਤੱਕ ਆ ਜਾਂਦੇ ਨੇ ਕਿ ਚਲੋ ਜੀ ਪੈਸਾ ਦੇ ਦਿੰਦੇ ਆ, ਜਿੰਨਾ ਮਰਜ਼ੀ ਪੈਸਾ ਲੈ ਲਓ, ਚਾਹੇ ਇਲੀਗਲ ਵੇ ਦੇ ਨਾਲ ਸਾਡੇ ਬੱਚੇ ਨੂੰ ਬਾਹਰ ਭੇਜ ਦਿਓ, ਜਾਂ ਸਾਡੇ ਕੋਲ ਲੀਗਲ ਵੇਜ਼ ਇੰਨੀ ਆਪਸ਼ਨਸ ਅਵੇਲੇਬਲ ਹੈ, ਤਾਂ ਤੁਸੀਂ ਕਿਉਂ ਲੀਗਲੀ ਨਹੀਂ ਜਾਂਦੇ? ਸੋ ਅੱਜ ਆਪਾਂ ਉਸੇ ਆਪਸ਼ਨਸ ਦੀ ਗੱਲ ਕਰ ਰਹੇ ਹਾਂ ਕਿ ਕਈ ਵਾਰੀ ਲੱਗਦਾ ਹੈ, ਆਪਾਂ ਹਲੇ ਮਾਸਟਰਸ ਪ੍ਰੋਗਰਾਮ ਦੀ ਵੀ ਗੱਲ ਕਰਾਂਗੇ, ਜਿੱਥੇ 10 ਸਾਲ ਦਾ ਗੈਪ ਵੀ ਤੁਸੀਂ ਹੈ ਤਾਂ ਵੀ ਤੁਸੀਂ ਅਪਲਾਈ ਕਰਕੇ ਜੋ ਹੈ ਇਹਨਾਂ ਕੰਟਰੀਜ਼ ਦਾ ਹਿੱਸਾ ਬਣ ਸਕਦੇ ਹੋ। ਸਰ, ਆਪਾਂ ਥੋੜਾ ਮਾਸਟਰਸ ਪ੍ਰੋਗਰਾਮ ਬਾਰੇ ਵੀ ਡਿਟੇਲ ਵਿੱਚ ਦੱਸ ਦਈਏ ਤਾਂ ਕਿ ਉਸ ਤੋਂ ਬਾਅਦ ਮੈਂ ਅੱਗੇ ਦੇ ਹੋਰ ਸਵਾਲ ਕੰਟੀਨਿਊ ਕਰ ਸਕਾਂ। ਜੀ, ਮਾਸਟਰਸ ਪ੍ਰੋਗਰਾਮ ਲਈ ਜੇ ਕਿਸੇ ਬੱਚੇ ਨੇ ਉਹਦਾ 2012 ਜਾਂ 12 ਤੋਂ ਬਾਅਦ ਉਹਨੇ ਕੀਤੀ ਤਾਂ 10 ਤੋਂ 12 ਸਾਲ ਦਾ ਗੈਪ, ਕਿਉਂਕਿ 22 ਚੱਲ ਰਿਹਾ ਹੈ, ਤਾਂ 8 ਤੋਂ 10 ਸਾਲ ਦਾ ਗੈਪ ਜੇ ਹੈ ਉਹਦਾ, ਤਾਂ ਵੀ ਉਹ ਮਾਸਟਰਸ ਲਈ ਅਪਲਾਈ ਕਰ ਸਕਦਾ ਹੈ। ਪਰਸੈਂਟੇਜ ਬਹੁਤ ਘੱਟ ਹੈ, 55 to 60% ਓਵਰਆਲ ਇੰਨੇ ਬੱਚੇ ਦੇ ਨਾਰਮਲੀ BA BCom ਆ ਜਾਂਦੇ ਨੇ, ਕੋਈ ਪ੍ਰੋਬਲਮ ਨਹੀਂ ਹੈ। ਔਰ ਦੂਜੀ ਗੱਲ, ਕੋਈ ਆਇਲਸ ਕਰਨ ਦੀ ਲੋੜ ਨਹੀਂ ਔਰ ਕੋਈ ਬਲੌਕ ਅਕਾਊਂਟਸ ਦੀ ਲੋੜ ਨਹੀਂ। ਤਾਂ ਇਹ ਸਭ ਤੋਂ ਵੱਡੇ ਐਡਵਾਂਟੇजेस ਹੈ। ਔਰ ਪ੍ਰੋਪਰ ਗੈਪ ਜਸਟੀਫਿਕੇਸ਼ਨ ਜੇ ਹੈ ਬੱਚੇ ਕੋਲ, ਵਿਦ ਪ੍ਰੋਪਰ ਐਕਸਪੀਰੀਅੰਸ ਹੈਗਾ, ਤਾਂ ਨਾਲ ਲਾ ਕੇ ਆਪਣਾ ਫਾਈਲ ਲਾ ਸਕਦਾ, ਅਪਲਾਈ ਕਰ ਸਕਦਾ ਕਮਿੰਗ ਇਨਟੇਕ ਵਾਸਤੇ। ਜੀ ਜੀ ਜੀ, ਬਿਲਕੁਲ। ਤੇ ਇੰਨਾ ਈਜ਼ੀ ਪ੍ਰੋਸੈਸ ਲੱਗ ਰਿਹਾ, ਤਾਂ ਇਸ ਪ੍ਰੋਸੈਸ ਜਿਹੜਾ ਹੈ ਆਫੀਸ਼ੀਅਲੀ ਆਪਾਂ ਡਾਕੂਮੈਂਟਸ ਦੀ ਗੱਲ ਕਰ ਲਈਏ, ਜਾਂ ਜਦੋਂ ਫਾਈਲਿੰਗ ਤੋਂ ਲੈ ਕੇ ਟਿਲ ਜਦ ਤੱਕ ਵੀਜ਼ਾ ਆਉਂਦਾ ਹੈ, ਕਿਸ ਤਰ੍ਹਾਂ ਨਾਲ ਪ੍ਰੋਸੈਸ ਰਹਿੰਦਾ ਔਰ ਕਿਸ ਤਰ੍ਹਾਂ ਦੀ ਚੀਜ਼ਾਂ, ਕਿਸ ਤਰ੍ਹਾਂ ਦੇ ਡਾਕੂਮੈਂਟ ਸਟੂਡੈਂਟਸ ਕੋਲ ਹੋਣੇ ਚਾਹੀਦੇ ਨੇ ਤਾਂ ਕਿ ਟਾਈਮਲੀ ਔਰ ਕਮਿੰਗ ਇਨਟੇਕ ਕਿਹੜਾ ਕਦੋਂ ਅਪਲਾਈ ਕਰ ਸਕਦੇ ਨੇ? ਕਮਿੰਗ ਇਨਟੇਕ ਸਪਟੈਂਬਰ ਹੈਗਾ, ਜਨਵਰੀ ਇਨਟੇਕ ਹੈਗਾ, ਅਕਤੂਬਰ ਇਨਟੇਕ ਹੈਗਾ। ਇਹ ਅਲੱਗ-ਅਲੱਗ ਯੂਨੀਵਰਸਿਟੀ ਉੱਤੇ ਔਰ ਕਾਲਜਸ ਉੱਤੇ ਡਿਪੈਂਡ ਕਰਦਾ ਕਿਹੜੇ ਇਨਟੇਕ 'ਚ ਕਿਹੜਾ ਬੱਚਾ ਜਾਏਗਾ, ਕਿਹੜੇ ਕੋਰਸਸ ਉਹਨੇ ਚੂਜ਼ ਕੀਤੇ ਆ। ਔਰ ਜੇ ਅਸੀਂ ਡਾਕੂਮੈਂਟਸ ਦੀ ਗੱਲ ਕਰੀਏ ਤਾਂ ਜੋ ਸਟੈਂਡਰਡ ਡਾਕੂਮੈਂਟਸ ਹੁੰਦੇ ਨੇ, ਟਰੈਵਲ ਡਾਕੂਮੈਂਟ ਚਾਹੀਦਾ ਜਿਹਦੇ ਵਿੱਚ ਪਾਸਪੋਰਟ ਆਉਂਦਾ ਹੈ, ਐਕੈਡਮਿਕ ਕੁਆਲੀਫਿਕੇਸ਼ਨ ਦੇ ਸਰਟੀਫਿਕੇਟ ਚਾਹੀਦੇ, ਜੇ +2 ਕੀਤੀ ਹੈ ਤਾਂ +2 ਦਾ ਸਰਟੀਫਿਕੇਟ ਚਾਹੀਦਾ, ਜੇ ਗ੍ਰੈਜੂਏਸ਼ਨ ਕੀਤੀ ਹੈ ਤਾਂ ਗ੍ਰੈਜੂਏਸ਼ਨ ਦਾ ਸਰਟੀਫਿਕੇਟ ਔਰ ਵਿਦ ਪ੍ਰੋਪਰ ਗੈਪ ਜਸਟੀਫਿਕੇਸ਼ਨ, ਕੋਈ ਐਕਸਪੀਰੀਅੰਸ ਸਰਟੀਫਿਕੇਟ ਹੋਵੇ, ਤਾਂ ਇਹ ਸਾਰੇ ਡਾਕੂਮੈਂਟਸ ਦੇ ਨਾਲ ਆਪਣੀ ਅਸੈਸਮੈਂਟ ਕਰਾਵੇ ਔਰ ਅਗਲੇ ਇਨਟੇਕ ਵਾਸਤੇ ਅਪਲਾਈ ਕਰ ਦੇਵੇ। ਔਰ ਪ੍ਰੋਸੈਸਿੰਗ ਟਾਈਮ ਦੇ ਜੇ ਤੁਸੀਂ ਗੱਲ ਕੀਤੀ ਹੈ ਤਾਂ ਪ੍ਰੋਸੈਸਿੰਗ ਟਾਈਮ ਬਹੁਤ ਘੱਟ ਹੈ। ਜੇ ਤੁਸੀਂ ਟਾਈਮਲੀ ਫਾਈਲ ਨੂੰ ਅਪਲਾਈ ਕਰੋਗੇ, ਟਾਈਮਲੀ ਡਿਸੀਜਨ ਲਓਗੇ ਕਮਿੰਗ ਇਨਟੇਕ ਵਾਸਤੇ, ਤਾਂ ਤੁਹਾਡਾ ਕੇਸ ਵੀ ਟਾਈਮਲੀ ਪ੍ਰੋਸੈਸ ਹੋਏਗਾ। ਠੀਕ ਹੈ, ਬਿਲਕੁਲ। ਸੋ ਤੁਹਾਨੂੰ ਜੋ ਹੈ ਬਹੁਤ ਲੰਬਾ ਇੰਤਜ਼ਾਰ ਇੱਥੇ ਜੋ ਵੀਜ਼ਾ ਲਗਵਾਉਣ ਲਈ ਨਹੀਂ ਕਰਨਾ ਪਏਗਾ। ਬਾਕੀ ਤੁਹਾਨੂੰ ਦੱਸ ਦਈਏ ਕਿ WDIC ਵੱਲੋਂ ਜੋ ਹੈ ਸੈਮੀਨਾਰ ਆਰਗੇਨਾਈਜ਼ ਕਰਵਾਏ ਜਾ ਰਹੇ ਨੇ 13 ਜੂਨ ਤੋਂ ਲੈ ਕੇ 18 ਜੂਨ ਤੱਕ। 13 ਜੂਨ ਨੂੰ ਬਠਿੰਡਾ, 14 ਨੂੰ ਨਵਾਂ ਸ਼ਹਿਰ, 15 ਨੂੰ ਲੁਧਿਆਣਾ, 16 ਨੂੰ ਚੰਡੀਗੜ੍ਹ ਅਤੇ 17 ਨੂੰ ਹੁਸ਼ਿਆਰਪੁਰ ਅਤੇ 18 ਨੂੰ ਜਲੰਧਰ ਦੇ ਵਿੱਚ ਸੈਮੀਨਾਰ ਨੇ। ਤੁਹਾਨੂੰ ਡੇਟਸ ਤੁਸੀਂ ਨੋਟ ਕਰ ਲਓ, ਤੁਹਾਨੂੰ ਜਿੱਥੇ ਨੇੜੇ ਲੱਗਦਾ ਤੁਸੀਂ ਇਹ ਸੈਮੀਨਾਰ ਦਾ ਹਿੱਸਾ ਜ਼ਰੂਰ ਬਣੋ, ਕਿਉਂਕਿ ਇੱਥੇ ਇੱਕ ਨਹੀਂ, ਦੋ ਨਹੀਂ, ਬਹੁਤ ਸਾਰੀ ਕੰਟਰੀਜ਼ ਦੇ ਜੋ ਹੈ ਕਾਲਜਸ ਔਰ ਯੂਨੀਵਰਸਿਟੀਜ਼ ਦੇ ਰਿਪਰੈਜ਼ੈਂਟੇਟਿਵ ਪਹੁੰਚ ਰਹੇ ਨੇ। ਤਾਂ ਤੁਹਾਡੀ ਪ੍ਰੋਫਾਈਲ ਨੂੰ ਵਧੀਆ ਤਰੀਕੇ ਨਾਲ ਅਸੈਸਮੈਂਟ ਕਰਨ ਤੋਂ ਬਾਅਦ ਚੰਗੀ ਆਪਸ਼ਨ ਤੁਹਾਨੂੰ ਦੱਸੀ ਜਾ ਸਕਦੀ ਹੈ। ਸਰ, ਤੁਹਾਡੇ ਤੋਂ ਵੀ ਇਸ ਸੈਮੀਨਾਰ ਬਾਰੇ ਜ਼ਰੂਰ ਜਾਣਨਾ ਚਾਹਾਂਗੇ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਸਟੂਡੈਂਟਸ ਇਸ ਸੈਮੀਨਾਰ ਦਾ ਫਾਇਦਾ ਲੈ ਸਕਣ। ਦੇਖੋ ਜੀ, WDIC ਬਹੁਤ ਵੱਡੇ ਲੈਵਲ ਤੇ ਦੁਆਬਾ ਸ਼ਹਿਰ ਦੇ ਵਿੱਚ, ਦੁਆਬਾ ਕਸਬੇ ਦੇ ਵਿੱਚ, ਮਾਲਵਾ ਕਸਬੇ ਦੇ ਵਿੱਚ ਇਹ ਸੈਮੀਨਾਰ ਲੈ ਕੇ ਆ ਰਿਹਾ ਹੈ ਔਰ ਵੱਡੇ ਲੈਵਲ ਤੇ ਆ ਰਿਹਾ। ਔਰ ਕੰਟਰੀਜ਼ ਬਹੁਤ ਆ ਰਹੀਆਂ ਨੇ, ਕੰਟਰੀਆਂ, ਯੂਨੀਵਰਸਿਟੀਜ਼ ਦੇ ਨੁਮਾਇੰਦੇ ਆ ਰਹੇ ਨੇ, ਐਕਸਪਰਟ ਕਾਉਂਸਲਰ ਟੀਮ ਆ ਰਹੀ ਹੈ WDIC ਦੀ, ਜਿਹਦੇ ਵਿੱਚ UK, ਕੈਨੇਡਾ, ਆਸਟ੍ਰੇਲੀਆ, USA, ਸ਼ੈਂਗਨ ਕੰਟਰੀ ਦੀ ਜੇ ਗੱਲ ਕਰੀਏ ਤਾਂ ਜਰਮਨੀ,
ਪੋਲੈਂਡ, ਹੰਗਰੀ, ਲਾਤਵੀਆ, ਇਹ ਸਾਰੀ ਕੰਟਰੀਆਂ ਦੇ ਔਰ ਹੋਰ ਵੀ ਕੰਟਰੀਆਂ ਜਿਹੜੀ ਸਾਡੇ ਕੋਲ ਪ੍ਰੋਡਕਟਸ ਹੈਗੇ ਨੇ ਉਹਨਾਂ ਦੇ ਸਾਰੇ ਰਿਪਰੈਜ਼ੈਂਟੇਟਿਵਸ ਹੋਣਗੇ, ਸਾਡੇ ਕਾਉਂਸਲਰਸ ਹੋਣਗੇ। ਤਾਂ ਉਹ ਪੇਰੈਂਟਸ ਨੂੰ ਮੇਰੀ ਹੱਥ ਜੋੜ ਕੇ ਖਾਸ ਤੌਰ ਤੇ ਬੇਨਤੀ ਆ ਕਿ ਪੇਰੈਂਟਸ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਜਿਹੜੇ ਆਪਣੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਦੇਖਣਾ ਚਾਹੁੰਦੇ ਨੇ ਉਹ ਇਹ ਸੈਮੀਨਾਰ ਦਾ ਜ਼ਰੂਰ ਹਿੱਸਾ ਬਣਨ, ਆਪਣੇ ਡਾਕੂਮੈਂਟਸ ਬੱਚਿਆਂ ਦੇ ਡਾਕੂਮੈਂਟਸ ਲੈ ਕੇ ਆਉਣ ਤਾਂ ਸੈਮੀਨਾਰ ਨੂੰ ਅਟੈਂਡ ਕਰਨ। ਜਿੱਦਾਂ ਮੈਡਮ ਨੇ ਕਿਹਾ ਆ ਕਿ 13 ਤਰੀਕ ਨੂੰ ਸਾਡਾ ਸੈਮੀਨਾਰ ਆ ਰਿਹਾ ਬਠਿੰਡਾ, 14 ਤਰੀਕ ਨੂੰ ਆ ਰਿਹਾ ਨਵਾਂ ਸ਼ਹਿਰ, 15 ਤਰੀਕ ਨੂੰ ਆ ਰਿਹਾ ਲੁਧਿਆਣਾ, 16 ਤਰੀਕ ਨੂੰ ਆ ਰਿਹਾ ਚੰਡੀਗੜ੍ਹ, 17 ਤਰੀਕ ਨੂੰ ਆ ਰਿਹਾ ਹੁਸ਼ਿਆਰਪੁਰ, ਤਾਂ 18 ਤਰੀਕ ਨੂੰ ਆ ਰਿਹਾ ਜਲੰਧਰ। ਤਾਂ ਇਹ ਜ਼ਰੂਰ ਅਟੈਂਡ ਕਰਨ ਤਾਂ ਆਪਣਾ ਬੈਨੀਫਿਟਸ ਲੈਣ ਸੈਮੀਨਾਰ ਦਾ। ਜੀ ਬਿਲਕੁਲ, ਮੈਂ ਨਾ ਥੋੜਾ ਸੈਮੀਨਾਰ ਬਾਰੇ ਜਾਣਨਾ ਚਾਹੁੰਦੀ ਸੀ। ਜਿਵੇਂ ਆਪਾਂ ਰੈਗੂਲਰ ਕਾਉਂਸਲਿੰਗ ਦੀ ਗੱਲ ਕਰੀਏ, ਸਟੂਡੈਂਟਸ ਜਾਂ ਪੇਰੈਂਟਸ ਨਾਰਮਲੀ ਤੁਹਾਡੇ ਆਫਿਸ ਵਿਜ਼ਿਟ ਕਰਦੇ ਨੇ ਜਾਂ ਫਿਰ ਜਦੋਂ ਖਾਸ ਸੈਮੀਨਾਰ ਦੇ ਦਾ ਹਿੱਸਾ ਬਣਦੇ ਨੇ, ਕੀ ਇਹਦੇ ਵਿੱਚ ਫਰਕ ਰਹਿੰਦਾ, ਕੀ ਖਾਸ ਰਹਿ ਸਕਦਾ? ਦੇਖੋ ਇਹਦੇ ਵਿੱਚ ਖਾਸ ਜੋ ਚੀਜ਼ ਆ ਉਹ ਮੈਂ ਹੁਣ ਤੁਹਾਨੂੰ ਦੱਸ ਦਿੰਦਾ ਕਿ ਨਾਰਮਲ ਜਿਹੜੇ ਅਪਡੇਟ ਸਾਡੇ ਕੋਲ ਆਉਂਦੇ ਨੇ ਉਹ ਤਾਂ ਅਸੀਂ ਪੇਰੈਂਟਸ ਨੂੰ ਜਾਂ ਕਲਾਇੰਟਸ ਆਪਣੇ ਨੂੰ ਜਾਂ ਕੈਂਡੀਡੇਟਸ ਨੂੰ ਤਾਂ ਹਰ ਵੇਲੇ ਅਪਡੇਟ ਕਰਦੇ ਹਾਂ, ਲੇਕਿਨ ਕਿਉਂਕਿ ਇਸ ਸੈਮੀਨਾਰ ਦੇ ਵਿੱਚ ਕਾਲਜ ਜਾਂ ਯੂਨੀਵਰਸਿਟੀ ਆਫੀਸ਼ੀਅਲਸ ਆ ਰਹੇ ਨੇ, ਐਕਸਪਰਟ ਟੀਮ ਹੋਏਗੀ। ਜੇ ਪੇਰੈਂਟਸ ਦੇ ਮਨ ਦੇ ਵਿੱਚ ਜਾਂ ਬੱਚਿਆਂ ਦੇ ਮਨ ਦੇ ਵਿੱਚ ਕੋਈ ਦੁਵਿਧਾ ਸ਼ੰਕਾ ਕੁਝ ਹੈ ਕਿਸੇ ਪ੍ਰੋਗਰਾਮ ਨੂੰ ਲੈ ਕੇ, ਕਿਸੇ ਪੈਕੇਜ ਨੂੰ ਲੈ ਕੇ ਜਾਂ ਕਿਸੇ ਕਾਲਜ ਯੂਨੀਵਰਸਿਟੀ ਨੂੰ ਲੈ ਕੇ, ਤਾਂ ਉਹ ਸਾਹਮਣੇ ਯੂਨੀਵਰਸਿਟੀ ਦੇ ਰੂਬਰੂ ਹੋ ਕੇ ਉਹਨਾਂ ਨਾਲ ਗੱਲ ਕਰ ਸਕਦੇ ਖੁੱਲ ਕੇ। ਪੂਰੀ ਟਰਾਂਸਪੇਰੈਂਸੀ ਦਿੱਤੀ ਜਾਏਗੀ ਕਿ ਉਹਨਾਂ ਕੋਲ ਕੋਈ ਚੀਜ਼ ਲੁਕੋਈ ਨਹੀਂ ਜਾ ਰਹੀ ਹੈ ਔਰ ਕੋਈ ਕਿਤੇ ਡਾਊਟ ਹੈ ਤਾਂ ਯੂਨੀਵਰਸਿਟੀ ਦੇ ਆਫੀਸ਼ੀਅਲਸ ਦੇ ਨਾਲ ਡਾਇਰੈਕਟ ਗੱਲ ਕਰ ਲੈਣ। ਔਰ ਇਹੋ ਜਿਹੇ ਸੈਮੀਨਾਰ ਦੇ ਵਿੱਚ ਇੱਕ ਰੂਬਰੂ ਇੰਟਰੈਕਸ਼ਨ ਜਿਹੜੀ ਹੁੰਦੀ ਹੈ ਫੇਸ ਟੂ ਫੇਸ, ਉਹ ਬਹੁਤ ਜ਼ਿਆਦਾ ਮਾਇਨੇ ਰੱਖਦੀ ਹੈ ਕਿਉਂਕਿ ਕਈ ਚੀਜ਼ਾਂ ਗੱਲਾਂ ਫੋਨ ਦੇ ਉੱਤੇ ਕਰ ਲੈਣੀਆਂ ਜਾਂ ਆ ਕੇ ਮਿਲਣਾ ਉੱਚੇ ਕਲੀਅਰ ਨਹੀਂ ਹੁੰਦੀਆਂ ਤਾਂ ਇਸੇ ਕਰਕੇ ਇਹ ਸੈਮੀਨਾਰ ਦਾ ਹਿੱਸਾ ਜ਼ਰੂਰ ਬਣੋ ਜੀ। ਬਿਲਕੁਲ, ਸੋ ਸੈਮੀਨਾਰ ਨੂੰ ਲੈ ਕੇ ਸਾਰੀ ਡੇਟਸ ਔਰ ਜਗ੍ਹਾ ਦਾ ਨਾਮ ਜੋ ਨੀਚੇ ਸਕਰੋਲ ਦੇ ਵਿੱਚ ਵੀ ਲਗਾਤਾਰ ਚੱਲ ਰਿਹਾ, ਤੁਹਾਨੂੰ ਜਿੱਥੇ ਨੇੜੇ ਲੱਗਦਾ ਤੁਸੀਂ ਉੱਥੇ ਪਹੁੰਚ ਸਕਦੇ ਹੋ। ਦਿਨ ਤੁਸੀਂ ਉਹ ਡੇਟ ਜ਼ਰੂਰ ਦੇਖ ਲਓ ਕਿ ਕਿੱਥੇ ਤੁਹਾਡੇ ਨੇੜੇ ਸ਼ਹਿਰ ਵਿੱਚ ਹੋ ਰਿਹਾ, ਤੁਸੀਂ ਉੱਥੇ ਪਹੁੰਚਣਾ ਹੈ ਤੇ ਨਾਲ ਦੇ ਨਾਲ ਯਾਦ ਰੱਖਣਾ ਕਿ ਆਪਣੇ ਡਾਕੂਮੈਂਟਸ ਜ਼ਰੂਰ ਲੈ ਕੇ ਪਹੁੰਚਣਾ, ਆਪਣੇ ਪੇਰੈਂਟਸ ਨੂੰ ਨਾਲ ਲੈ ਕੇ ਜ਼ਰੂਰ ਪਹੁੰਚਣਾ ਤਾਂ ਕਿ ਤੁਸੀਂ ਰਾਈਟ ਟਾਈਮ ਤੇ ਰਾਈਟ ਡਿਸੀਜਨ ਲੈ ਸਕੋ। ਗੱਲ ਆਪਾਂ ਸ਼ੈਨਗਨ ਕੰਟਰੀਜ਼ ਦੀ ਕਰ ਰਹੀ ਹਾਂ ਸਰ। ਜਦੋਂ ਸਟੂਡੈਂਟ ਪਹੁੰਚਦੇ ਨੇ, ਮੈਂ ਹਰ ਕੰਟਰੀ ਦੀ ਜਦੋਂ ਵੀ ਕਿਤੇ ਵੀ ਕਿਸੇ ਕੰਸਲਟੈਂਟ ਨਾਲ ਗੱਲ ਹੁੰਦੀ ਹੈ, ਸਵਾਲ ਤਾਂ ਮੇਨ ਰਹਿੰਦਾ ਹੀ ਹੈ ਕਿ ਅਰਨਿੰਗਸ ਨੂੰ ਲੈ ਕੇ, ਕੰਮ ਨੂੰ ਲੈ ਕੇ, ਤੇ ਇੱਥੇ ਵੀ ਆਪਾਂ ਗੱਲ ਕਰਦੇ ਹਾਂ ਕੰਮ ਦੀ। ਤਾਂ ਸਟੂਡੈਂਟ ਦਾ ਸਵਾਲ ਹੁੰਦਾ ਕਿ ਅਸੀਂ ਸ਼ੈਨਗਨ ਕੰਟਰੀਜ਼ ਜਾਣੇ ਆ, ਸਾਨੂੰ ਕੰਮ ਵਿੱਚ ਕੋਈ ਦਿੱਕਤ ਤਾਂ ਨਹੀਂ ਹੋਏਗੀ, ਕੰਮ ਮਿਲੇਗਾ ਤਾਂ ਕਿਸ ਤਰ੍ਹਾਂ ਦਾ ਮਿਲੇਗਾ ਤੇ ਅਸੀਂ ਕਿੰਨੀ ਅਰਨਿੰਗ ਕਰ ਸਕਦੇ ਹਾਂ? ਹਰਜੋਤ ਜੀ, ਪਹਿਲੇ ਤਾਂ ਜੇ ਤੁਸੀਂ ਅਰਨਿੰਗ ਦੀ ਗੱਲ ਕੀਤੀ ਹੈ ਔਰ ਕੰਮ ਦੀ ਗੱਲ ਕੀਤੀ ਹੈ ਤਾਂ ਪਹਿਲੇ ਤਾਂ ਮੈਂ ਹਰ ਬੱਚੇ ਨੂੰ ਇਹੀ ਰਿਕੁਐਸਟ ਕਰਾਂਗਾ ਕਿਉਂਕਿ ਬੱਚੇ ਕੀ ਕਰਦੇ ਆ, ਬੱਚੇ ਸਟੱਡੀ ਵਾਸਤੇ ਜਾਂਦੇ ਜ਼ਰੂਰ ਆ ਲੇਕਿਨ ਬੱਚੇ ਸਟੱਡੀ ਨਾ ਕਰਕੇ ਕੰਮਾਂ ਵੱਲ ਪੈ ਜਾਂਦੇ ਨੇ ਤਾਂ ਉਹਦੇ ਨਾਲ ਕੀ ਹੁੰਦਾ, ਉਹ ਆਪਣੀ ਸਟੱਡੀ ਦਾ ਵੀ ਨੁਕਸਾਨ ਕਰਦੇ ਨੇ। ਅੱਗੇ ਜਿਹੜੀ ਉਹਨਾਂ ਦੀ ਪੀਆਰ ਲੈਣ ਦੀ ਖੁਆਇਸ਼ ਆ ਜਾਂ ਸੈਟਲ ਹੋਣ ਦੀ ਖੁਆਇਸ਼ ਆ ਉਹ ਕਈ ਵਾਰੀ ਵਿਚਕਾਰ ਰਹਿ ਜਾਂਦੀ ਹੈ, ਨਾ ਉਹ ਇੱਧਰ ਦੇ ਰਹਿੰਦੇ ਨਾ ਉਹ ਉੱਧਰ ਦੇ ਰਹਿੰਦੇ ਨੇ। ਤਾਂ ਮੈਂ ਹਰ ਬੱਚੇ ਨੂੰ ਕਹਿਣਾ ਚਾਹੂੰਗਾ, ਹਰ ਪੇਰੈਂਟ ਨੂੰ ਵੀ ਕਹਿਣਾ ਚਾਹੂੰਗਾ ਕਿ ਜੇ ਬੱਚਿਆਂ ਨੂੰ ਤੁਸੀਂ ਬਾਹਰ ਪੜ੍ਹਨਾ ਭੇਜ ਰਹੇ ਹੋ ਤਾਂ ਪਹਿਲੇ ਬੱਚਿਆਂ ਨੂੰ ਪੜ੍ਹਨ ਦਿਓ, ਉਹਨਾਂ ਉੱਤੇ ਪ੍ਰੈਸ਼ਰ ਨਾ ਪਾਓ ਕਿ ਤੂੰ ਬਾਹਰ ਜਾਏਂਗਾ ਤਾਂ ਸਾਨੂੰ ਪੈਸੇ ਭੇਜ। ਕਈ ਵਾਰੀ ਪੇਰੈਂਟਸ ਨੂੰ ਵੀ ਬੱਚਿਆਂ ਉੱਤੇ ਬਹੁਤ ਜ਼ਿਆਦਾ ਪ੍ਰੈਸ਼ਰ ਰਹਿੰਦਾ ਕਿ ਕਾਕਾ ਤੂੰ ਬਾਹਰ ਚੱਲਣਾ ਤਾਂ ਸਾਨੂੰ ਪੈਸੇ ਭੇਜ ਅਸੀਂ ਤੇਰੇ ਉੱਤੇ ਲਾਏ। ਤਾਂ ਬੱਚਾ ਪਹਿਲੇ ਪੜ੍ਹੇ, ਪੜ੍ਹਨ ਦੇ ਬਾਅਦ ਉਹਨੂੰ ਇਹ 3 ਕੰਟਰੀਆਂ ਵਿੱਚ 9 ਮੰਥ ਦਾ ਵਰਕ ਪਰਮਿਟ ਮਿਲੇਗਾ ਜੋ ਸਟੈਂਡਰਡ ਵਰਕ ਪਰਮਿਟ ਕ੍ਰਾਈਟੇਰੀਆ ਹੈ ਉੱਥੇ ਦਾ। ਉਹਦੇ ਬਾਅਦ ਉਹ ਫੁੱਲ ਟਾਈਮ ਕੰਮ ਕਰੇ, 3 ਸਾਲ ਕੰਮ ਕਰਕੇ, ਜਿੱਦਾਂ ਜਰਮਨੀ ਦੇ ਵਿੱਚ ਹੈ ਜਾਂ ਉਹ ਬਾਕੀ ਕੰਟਰੀਆਂ ਦੇ ਵਿੱਚ ਹੁੰਦਾ 3 ਤੋਂ 5 ਸਾਲ ਕੰਮ ਕਰਕੇ ਬੱਚਾ ਪੀਆਰ ਲੈ ਸਕਦਾ। ਔਰ ਜਿੱਥੇ ਤੱਕ ਤੁਸੀਂ ਗੱਲ ਕੀਤੀ ਅਰਨਿੰਗ ਦੀ ਗੱਲ ਕੀਤੀ, ਕਿਉਂਕਿ ਇਹ ਸ਼ੈਨਗਨ ਮੁਲਕ ਆ, ਸ਼ੈਨਗਨ ਮੁਲਕ ਦੇ ਵਿੱਚ ਜਿਹੜੀ ਕਰੰਸੀ ਆ ਉਹ ਯੂਰੋ ਦੀ ਕਰੰਸੀ ਆ ਜਿਹਦਾ ਰੇਟ 80 to 85 ਰੁਪੀਸ ਰਹਿੰਦਾ ਹੈ ਇੰਡੀਆ ਦੇ ਵਿੱਚ। ਤਾਂ ਹਰ ਕੋਈ ਬੱਚਾ ਜੇ ਅੱਛੀ ਜੌਬ ਦੇ ਉੱਤੇ ਹੈ ਤਾਂ ਈਜ਼ੀਲੀ ਲੱਖ ਸਵਾ ਲੱਖ ਰੁਪਈਆ ਉਹ ਕਮਾ ਸਕਦਾ, ਉਹ ਕਿਤੇ ਨਹੀਂ ਗਿਆ। ਤਾਂ ਇਸੇ ਕਰਕੇ ਫਾਸਟ ਡਿਸੀਜਨ ਨਹੀਂ ਲੈਣਾ, ਜੋ ਵੀ ਲੈਣਾ ਪਹਿਲੇ ਆਪਣੀ ਸਟੱਡੀ ਕੰਪਲੀਟ ਕਰੋ, ਉਹਦੇ ਬਾਅਦ ਵਰਕ ਕੰਪਲੀਟ ਕਰੋ, ਫਿਰ ਆਪਣੀ ਪੀਆਰ ਦੀ ਆਪਸ਼ਨਸ ਦੇਖੋ। ਔਰ ਇਹ ਕੋਰਸ ਦੇ ਉੱਤੇ ਵੀ ਡਿਪੈਂਡ ਕਰਦਾ ਹੈ ਕਿ ਜਿਹੜਾ ਬੱਚਾ ਪੜ੍ਹਾਈ ਕਰ ਰਿਹਾ ਉਹਦੇ ਬਾਅਦ ਉਹ ਐਕਸਪੀਰੀਅੰਸ ਕਿਸ ਫੀਲਡ ਦਾ ਲੈ ਰਿਹਾ। ਜੇ ਪੜ੍ਹਾਈ ਦੇ ਨਾਲ ਦਾ ਰੈਲੇਵੈਂਟ ਐਕਸਪੀਰੀਅੰਸ ਆ ਤਾਂ ਉਹਨੂੰ ਕਿਸੇ ਚੀਜ਼ ਦੀ ਦਿੱਕਤ ਨਹੀਂ ਆਏਗੀ, ਅਰਨਿੰਗ ਵੀ ਅੱਛੀ ਹੋਏਗੀ ਔਰ ਪੀਆਰ ਵੀ ਹੋ ਜਾਏਗੀ ਟਾਈਮ ਸੇ। ਜੀ ਬਿਲਕੁਲ। ਤੇ ਜਿਹੜੀਆਂ ਮਤਲਬ ਆਪਾਂ ਇਹ ਦੇਖ ਸਕਦੇ ਹਾਂ ਕਿ ਜਿਹੜੀ ਕੁਝ ਆਪਾਂ ਵੀਕ ਪ੍ਰੋਫਾਈਲਸ ਕਹਿ ਲੈਂਦੇ ਆ ਕਿ ਕਈ ਸਟੂਡੈਂਟ ਜੋ ਹੈ ਬਾਰ-ਬਾਰ ਕਈ ਕੰਟਰੀਜ਼ ਅਪਲਾਈ ਕਰ ਰਹੇ ਹੁੰਦੇ ਨੇ, ਕੈਨੇਡਾ, ਆਸਟ੍ਰੇਲੀਆ, ਯੂਕੇ, ਉਹਨਾਂ ਦਾ ਨਹੀਂ ਬਣ ਰਹੀ ਗੱਲ ਹੈ ਨਾ, ਤਾਂ ਉਹਨਾਂ ਲਈ ਇੱਕ ਆਪਾਂ ਅੱਛੀ ਆਪਸ਼ਨ ਕਹਿ ਸਕਦੇ ਹਾਂ ਕਿ ਇੱਥੇ ਕੁਝ ਟਾਈਮ ਲਗਾਉਣ ਤੋਂ ਬਾਅਦ ਪਾਥਵੇ ਪ੍ਰੋਗਰਾਮ ਲੈ ਕੇ ਹੋਰ ਕੰਟਰੀਜ਼ 'ਚ ਜਾ ਸਕਦੇ ਨੇ ਆਰਾਮ ਨਾਲ। ਦੇਖੋ ਇੱਥੇ ਇੱਕ ਹੋਰ ਗੱਲ ਆਏਗੀ, ਮੇਰੇ ਸ਼ਾਇਦ ਕੰਸਲਟੈਂਟ ਭਰਾ ਸ਼ਾਇਦ ਇਸ ਗੱਲ ਦਾ ਗੁੱਸਾ ਨਾ ਕਰਨ, ਲੇਕਿਨ ਕਈ ਕੰਸਲਟੈਂਟਸ ਜਾਂ ਕਈ ਇਦਾਂ ਦੇ ਬੰਦੇ ਜਿਹੜੇ ਬੱਚਿਆਂ ਨੂੰ ਕਈ ਵਾਰੀ ਗਲਤ ਕਹਿ ਲਓ ਗਾਈਡ ਹੋ ਜਾਂਦੇ ਆ, ਬੱਚੇ ਮਿਸਗਾਈਡ ਹੋ ਜਾਂਦੇ ਆ ਕਿ ਦੁਬਈ ਚਲੇ ਜਾਓ ਜੀ ਕੈਰੀਅਰ ਸੈੱਟ ਹੋ ਜਾਏਗਾ, ਸਿੰਗਾਪੁਰ ਚਲੇ ਜਾਓ, ਮਲੇਸ਼ੀਆ ਚਲੇ ਜਾਓ, ਸਾਈਪ੍ਰਸ ਵਰਗੀ ਕੰਟਰੀਆਂ ਚਲੇ ਜਾਓ। ਲੇਕਿਨ ਇਹਨਾਂ ਕੰਟਰੀਆਂ ਦੇ ਵਿੱਚ ਅੱਗੇ ਚੱਲ ਕੇ ਜਿਹੜੇ ਵਰਕ ਰਾਈਟਸ ਆ ਜਾਂ ਜਿਹੜੇ ਕਮਾਈ ਦੇ ਸਾਧਨ ਆ, ਕਮਾਈ ਦੇ ਜ਼ਰੀਏ ਆ, ਜੌਬਸ ਨਹੀਂ ਹੈਗੀਆਂ, ਤਾਂ ਉੱਥੇ ਜਾ ਕੇ ਬੱਚਾ ਸਫਰ ਕਰਦਾ, ਵਾਪਸ ਆਖਿਰ ਉਹਨੂੰ ਇੰਡੀਆ ਹੀ ਆਉਣਾ ਪੈਂਦਾ। ਤਾਂ ਜੇ ਉਹ ਇੰਨਾ ਪੈਸਾ ਲਾ ਕੇ ਜੇ ਉਹ ਵਾਪਸ ਇੰਡੀਆ ਆ ਰਿਹਾ ਤਾਂ ਫਾਇਦਾ ਕੀ ਹੋਇਆ?
ਤਾਂ ਜੇ ਇਹੋ ਜਿਹੀ ਕੰਟਰੀਆਂ 'ਚ ਜਾਂਦਾ ਬੱਚਾ, ਸ਼ੈਂਗਨ ਕੰਟਰੀਆਂ ਵਿੱਚ ਜਾਂਦਾ ਆ, ਜਿੱਦਾਂ ਕਿ ਪੋਲੈਂਡ ਹੋ ਗਿਆ, ਹੰਗਰੀ ਹੋ ਗਿਆ, ਲਾਤਵੀਆ ਹੋ ਗਿਆ, ਤਾਂ ਇੱਥੇ ਸਟੱਡੀ ਕਰਕੇ ਉਹ ਬਾਕੀ ਵੱਡੀ ਕੰਟਰੀਆਂ 'ਚ, ਸ਼ੈਂਗਨ ਦੇ ਵੱਡੇ ਮੁਲਕਾਂ 'ਚ, ਜਿੱਦਾਂ ਜਰਮਨੀ ਹੋ ਗਿਆ, ਇਟਲੀ ਹੋ ਗਿਆ, ਫਰਾਂਸ ਹੋ ਗਿਆ, ਸਪੇਨ ਹੋ ਗਿਆ, ਉੱਥੇ ਮੂਵ ਆਊਟ ਕਰੇ ਔਰ ਸੈਟਲ ਹੋ ਜਾਏ। ਬਿਲਕੁਲ ਬਿਲकुल, ਇਹ ਬੈਟਰ ਆਪਸ਼ਨ ਹੈ ਉਹਨਾਂ ਲਈ। ਤਾਂ ਇਸੇ ਕਰਕੇ ਮੈਂ ਚਾਹੂੰਗਾ ਕਿ ਇਹ ਸੈਮੀਨਾਰ ਦਾ ਹਿੱਸਾ ਜ਼ਰੂਰ ਬਣੋ, ਸਾਰੇ ਜਣੇ, ਪੇਰੈਂਟਸ ਵੀ, ਬੱਚੇ ਵੀ ਜਿਹੜੇ ਐਲੀਜੀਬਲ ਨੇ, ਔਰ ਆਪਣਾ ਕੈਰੀਅਰ ਸੈਟਲ ਕਰੋ। ਜੀ 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 ਬਿਲਕੁਲ। ਆਪਾਂ ਥੋੜਾ ਜਿਹਾ ਹੋਰ ਡਿਟੇਲ 'ਚ ਅਗਰ ਗੱਲ ਕਰਨੀ ਚਾਹੀਏ, ਇੱਥੇ ਆਪਾਂ ਲੈਂਗੁਏਜ ਦੀ ਗੱਲ ਕਰਨੀ ਚਾਹੀਏ ਕਿ ਸਟੂਡੈਂਟਸ ਕਿਸ ਲੈਂਗੁਏਜ ਵਿੱਚ ਉਹਨਾਂ ਦੀ ਸਟੱਡੀ ਰਹਿੰਦੀ ਹੈ, ਜਾਂ ਫਿਰ ਕਿਸ ਤਰ੍ਹਾਂ ਦੇ ਕੋਰਸਿਸ ਅਵੇਲੇਬਲ ਨੇ। +2 ਵਾਲਿਆਂ ਦੀ ਅਗਰ ਗੱਲ ਕਰ ਲਈ, ਚਾਹੇ ਮਾਸਟਰਸ, ਕਿਸ ਤਰ੍ਹਾਂ ਦੇ ਪ੍ਰੋਗਰਾਮਸ ਅਵੇਲੇਬਲ ਨੇ ਔਰ ਕਿਹੜੀ ਲੈਂਗੁਏਜ ਵਿੱਚ ਕਰ ਸਕਦੇ ਆ? ਲੈਂਗੁਏਜ ਆਪਣਾ, ਜੇ ਆਪਾਂ ਪ੍ਰੋਗਰਾਮਸ ਦੀ ਗੱਲ ਕਰੀਏ ਤਾਂ ਪ੍ਰੋਗਰਾਮਸ ਸਭ ਟਾਈਪ ਦੇ ਪ੍ਰੋਗਰਾਮਸ ਅਵੇਲੇਬਲ ਨੇ, ਜਿਹਦੇ ਵਿੱਚ ਬਿਜ਼ਨਸ ਆ ਗਿਆ, ਮੈਨੇਜਮੈਂਟ ਆ ਗਿਆ, IT ਆ ਗਈ, ਇੰਜੀਨੀਅਰਿੰਗ ਆ ਗਈ, ਸਭ ਟਾਈਪ ਦੇ ਪ੍ਰੋਗਰਾਮਸ ਅਵੇਲੇਬਲ ਨੇ। ਬੱਚੇ ਦੇ ਅਕੈਡਮਿਕਸ ਉੱਤੇ ਵੀ ਡਿਪੈਂਡ ਕਰਦਾ ਕਿ ਬੱਚੇ ਦੇ ਅਕੈਡਮਿਕਸ ਕਿੰਨੇ ਅੱਛੇ ਨੇ। ਆਪਾਂ ਤਾਂ ਇੱਕ ਐਵਰੇਜ 55 to 60% ਦੱਸਿਆ ਤੁਹਾਨੂੰ। ਜੇ ਬੱਚਾ ਕੋਈ 70-80% ਸਕੋਰਰ ਆ ਤਾਂ ਉਹਦੇ ਲਈ ਹੋਰ ਵੀ ਅੱਛੀਆਂ ਆਪਸ਼ਨਸ ਹੈਗੀਆਂ ਨੇ। ਇਹਦੇ ਇਲਾਵਾ ਜੇ ਤੁਸੀਂ ਲੈਂਗੁਏਜ ਬੈਰੀਅਰ ਦੀ ਗੱਲ ਕੀਤੀ ਹੈ ਤਾਂ ਲੈਂਗੁਏਜ ਇਸ ਪ੍ਰੋਗਰਾਮ ਲਈ ਤਾਂ ਲੈਂਗੁਏਜ ਬੈਰੀਅਰ ਇੰਗਲਿਸ਼ ਨਹੀਂ ਹੈਗਾ, ਲੇਕਿਨ ਜਿੱਦਾਂ ਮੈਂ ਕਿਹਾ ਮੀਡੀਅਮ ਆਫ ਇੰਸਟਰਕਸ਼ਨ ਜੇ ਬੱਚੇ ਦਾ ਇੰਗਲਿਸ਼ ਹੈ ਤਾਂ ਹੋਰ ਅੱਛੀ ਗੱਲ ਹੈ। ਜੇ ਬੱਚੇ ਨੇ ਆਇਲਸ ਕੀਤੀ ਹੈ ਤਾਂ ਉਹ ਐਡਡ ਐਡਵਾਂਟੇਜ ਹੈ। ਤਾਂ ਇਹ ਅਵਲ ਇਸ ਪ੍ਰੋਗਰਾਮ ਲਈ ਆਇਲਸ ਦੀ ਲੋੜ ਨਹੀਂ ਹੈ। ਜੀ ਬਿਲਕੁਲ ਬਿਲਕੁਲ ਸਹੀ ਕਿਹਾ ਤੁਸੀਂ। ਤੇ ਜਦੋਂ ਆਪਾਂ ਫਾਈਲਿੰਗ ਦੀ ਗੱਲ ਕਰਦੇ ਹਾਂ, ਫਾਈਲ ਪ੍ਰੋਸੈਸ ਸ਼ੁਰੂ ਕਰਦੇ ਹਾਂ, ਤਾਂ ਕਿਹੜੀ ਚੀਜ਼ਾਂ ਤੇ ਖਾਸ ਧਿਆਨ ਰੱਖਣਾ ਚਾਹੀਦਾ? ਕਿਉਂਕਿ ਇੰਨਾ ਵੀ ਨਹੀਂ ਹੈ ਕਿ ਚਲੋ ਸ਼ੈਨਗਨ ਕੰਟਰੀਜ਼ ਨੇ ਜੀ ਜਿਵੇਂ ਮਰਜ਼ੀ ਅਪਲਾਈ ਕਰਾਂਗੇ ਤਾਂ ਵੀਜ਼ਾ ਆ ਜਾਏਗਾ। ਤਾਂ ਕਿਹੜੀ ਚੀਜ਼ਾਂ ਦਾ ਧਿਆਨ ਵੀ ਜ਼ਰੂਰ ਰੱਖਣਾ ਚਾਹੀਦਾ? ਦੇਖੋ ਜੀ, ਜੇ ਡਾਕੂਮੈਂਟੇਸ਼ਨ ਦੀ ਗੱਲ ਕਰੀਏ ਜਾਂ ਵੀਜ਼ਾ ਫਾਈਲਿੰਗ ਦੀ ਗੱਲ ਕਰੀਏ ਤਾਂ ਵੀਜ਼ਾ ਫਾਈਲਿੰਗ ਬਹੁਤ ਇੰਪੋਰਟੈਂਟ ਪ੍ਰੋਸੈਸ ਹੁੰਦਾ ਹੈ। ਕਿਸੇ ਵੀ ਬੱਚੇ ਦੀ ਫਾਈਲ ਦੇ ਵਿੱਚ ਥੋੜੀ ਜਿਹੀ ਵੀ ਮਿਸਟੇਕ ਹੋ ਜਾਏ ਤਾਂ ਉਹਦਾ ਪੂਰਾ ਕਰੀਅਰ ਉਹਦੀ ਪੂਰਾ ਸਪੋਇਲ ਹੋ ਜਾਂਦਾ। ਅਸੀਂ ਪੇਰੈਂਟਸ ਦੇ ਅੱਗੇ ਇਹੀ ਗੁਜ਼ਾਰਿਸ਼ ਕਰਾਂਗੇ ਜਾਂ ਬੱਚਿਆਂ ਨੂੰ ਵੀ ਇਹ ਰਿਕੁਐਸਟ ਕਰਾਂਗੇ ਕਿ ਜਿਹੜੀ ਇਨਫੋਰਮੇਸ਼ਨ ਉਹਨਾਂ ਨੇ ਸਾਨੂੰ ਦੇਣੀ ਹੈ ਉਹ ਪ੍ਰੋਪਰ ਇਨਫੋਰਮੇਸ਼ਨ ਦੇਣ, ਕੋਈ ਰਿਫਿਊਜ਼ਲ ਸਾਡੇ ਤੋਂ ਨਾ ਲਿਖਾਉਣ। ਬਿਲਕੁਲ। ਕੋਈ ਪ੍ਰੀਵੀਅਸ ਟਰੈਵਲ ਹਿਸਟਰੀ ਆ, ਕੋਈ ਬੈਨ ਆ ਕਿਸੇ ਟਾਈਪ ਦਾ, ਕੋਈ ਡਾਕੂਮੈਂਟੇਸ਼ਨ 'ਚ ਕੋਈ ਹੇਰਾਫੇਰੀ ਹੋਈ ਆ ਜਾਂ ਗੈਪ ਜਸਟੀਫਿਕੇਸ਼ਨ 'ਚ ਫੇਕ ਬਣਾਇਆ, ਉਹ ਪਿਕਚਰ ਸਾਨੂੰ ਕਲੀਅਰ ਕਰ ਦੇਣ। ਠੀਕ ਹੈ। ਕਿਉਂਕਿ ਜਦੋਂ ਅਸੀਂ ਵੀਜ਼ਾ ਫਾਈਲ ਕਰ ਦਿੰਦੇ ਆ, ਇੱਕ ਵਾਰੀ ਫਾਈਲ ਸਬਮਿਟ ਹੋ ਗਈ, ਕੱਲ ਐਮਬੈਸੀ ਪ੍ਰੋਸੈਸ ਕਰੇਗੀ, ਬੈਕਗ੍ਰਾਉਂਡ ਚੈਕਿੰਗ ਹੁੰਦੀ ਹੈ, ਜੇ ਕਿਤੇ ਕੋਈ ਚੀਜ਼ ਗਲਤ ਫੜੀ ਜਾਂਦੀ ਹੈ ਤਾਂ ਉਹਦੇ ਨਾਲ ਬੱਚੇ ਦਾ ਕੈਰੀਅਰ ਖਰਾਬ ਹੁੰਦਾ ਹੈ। ਤਾਂ ਇਸੇ ਕਰਕੇ ਵੀਜ਼ਾ ਫਾਈਲਿੰਗ ਵਿੱਚ ਡਾਕੂਮੈਂਟਸ ਦੇ ਨਾਲ ਪ੍ਰੋਪਰ ਇਨਫੋਰਮੇਸ਼ਨ ਬੱਚੇ ਤੋਂ ਜਿਹੜੀ ਆ ਰਹੀ ਆ ਉਹ ਜੈਨੂਇਨ ਔਰ 100% ਹੋਣੀ ਚਾਹੀਦੀ ਹੈ। ਜੀ ਬਿਲਕੁਲ। ਤੇ ਇੱਥੇ ਨਾ ਬਹੁਤ ਸਾਰੀ ਕੰਟਰੀਜ਼ ਹੋ ਜਾਂਦੀ ਹੈ। ਜਦੋਂ ਆਪਾਂ ਸ਼ੈਨਗਨ ਦੀ ਗੱਲ ਕਰਦੇ ਹਾਂ ਤਾਂ ਸਟੂਡੈਂਟ ਕਿਵੇਂ ਚੂਜ਼ ਕਰੇ, ਉਹਨੂੰ ਨਹੀਂ ਸਮਝ ਆਉਂਦੀ, ਬਟ ਉਹਨੂੰ ਹੁੰਦਾ ਕਿ ਵੀ ਮੇਰੀ ਪ੍ਰੋਫਾਈਲ ਇਸ ਤਰ੍ਹਾਂ ਦੀ ਹੈ, ਉਹਨੂੰ ਕਿਹੜੀ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ ਸਿਲੈਕਸ਼ਨ ਕਰਨੀ ਚਾਹੀਦੀ ਹੈ? ਦੇਖੋ, ਇਹਦੇ ਵਿੱਚ ਸਭ ਤੋਂ ਪਹਿਲੀ ਚੀਜ਼ ਤਾਂ ਜੇ ਮੇਰੇ ਤੋਂ ਤੁਸੀਂ ਪੁੱਛੋ ਤਾਂ ਪੇਰੈਂਟਸ ਲਈ ਜਿਹੜਾ ਸਭ ਤੋਂ ਪਹਿਲਾ ਪੁਆਇੰਟ ਆਉਂਦਾ ਉਹ ਆਉਂਦਾ ਫਾਈਨੈਂਸ਼ੀਅਲ ਪ੍ਰੋਸਪੈਕਟਸ। ਜੀ ਜੀ। ਕਿ ਉਹ ਇਹ ਦੇਖਦੇ ਆ ਕਿ ਸਾਡੇ ਫਾਈਨੈਂਸ਼ੀਅਲ ਰਿਸੋਰਸਸ ਕਿੰਨੇ ਆ, ਬਿਲਕੁਲ ਅਸੀਂ ਇੰਨਾ ਬਰਡਨ ਚੁੱਕ ਸਕਦੇ ਹਾਂ, ਅਸੀਂ ਖਰਚਾ ਚੁੱਕ ਸਕਦੇ ਹਾਂ। ਆਲਦੋ ਜਿੱਦਾਂ ਮੈਂ ਪਹਿਲੇ ਹੀ ਦੱਸਿਆ ਕਿ ਪੰਜਾਬ ਦੇ ਵਿਦਿਆਰਥੀਆਂ ਦਾ ਪਹਿਲਾ ਸੁਪਨਾ ਇਹੀ ਹੁੰਦਾ ਜੀ ਅਸੀਂ ਕੈਨੇਡਾ ਜਾਣਾ। ਬਿਲਕੁਲ। ਠੀਕ ਹੈ, ਕੈਨੇਡਾ ਜਾਣਾ। ਲੇਕਿਨ ਕਈ ਵਾਰੀ ਉਹਨਾਂ ਦੇ ਫੰਡਸ ਉਹਨਾਂ ਨੂੰ ਰੋਕਦੇ ਨੇ, ਉਹਨਾਂ ਦੇ ਆਇਲਸ ਦੇ ਬੈਂਡ ਸਕੋਰ ਉਹਨਾਂ ਨੂੰ ਰੋਕਦੇ ਨੇ, ਫਿਰ ਇੱਥੇ ਜਾ ਕੇ ਪੇਰੈਂਟਸ ਵੀ ਫਸ ਜਾਂਦੇ ਨੇ ਔਰ ਬੱਚਾ ਵੀ ਫਸ ਜਾਂਦਾ। ਤਾਂ ਪੇਰੈਂਟਸ ਨੂੰ ਪਹਿਲੇ ਆਪਣੇ ਫਾਈਨੈਂਸ਼ੀਅਲ ਰਿਸੋਰਸਸ ਦੇਖਣੇ ਚਾਹੀਦੇ ਨੇ, ਬੱਚੇ ਨੂੰ ਆਪਣੀ ਐਜੂਕੇਸ਼ਨ ਦੇਖਣੀ ਚਾਹੀਦੀ ਹੈ, ਐਜੂਕੇਸ਼ਨ ਵਿੱਚ ਪਰਸੈਂਟੇਜ ਦੇਖਣੀ ਚਾਹੀਦੀ ਹੈ ਔਰ ਉਹਦੇ ਮੁਤਾਬਿਕ ਬੱਚਾ ਆਪਣੀ ਕੰਟਰੀ ਚੂਜ਼ ਕਰੇ, ਕੰਟਰੀ ਪਲਾਨ ਕਰੇ ਕਿ ਮੈਂ ਇੱਥੇ ਸੈਟਲ ਹੋਣਾ ਹੈ। ਕੋਈ ਕੰਟਰੀ ਮਾੜੀ ਨਹੀਂ ਹੁੰਦੀ, ਹਰ ਕੰਟਰੀ ਅੱਛੀ ਹੈ, ਹਰ ਕੰਟਰੀ ਤੁਹਾਨੂੰ ਕੁਛ ਨਾ ਕੁਛ ਬੈਨੀਫਿਟ ਦਿੰਦੀ ਹੈ, ਬਸ਼ਰਤੇ ਤੁਸੀਂ ਉਹ ਬੈਨੀਫਿਟ ਨੂੰ ਕਿੱਦਾਂ ਗ੍ਰੈਬ ਕਰਦੇ ਹੋ। ਬਿਲਕੁਲ ਸਹੀ ਕਿਹਾ ਤੁਸੀਂ। ਤੇ ਜੇ ਆਪਾਂ ਜਦੋਂ ਇਹਨੇ ਗੈਪ ਦੀ ਗੱਲ ਕਰ ਰਹੇ ਹਾਂ, ਆਪਾਂ ਅਗਰ ਇਨ ਕੇਸ ਗੱਲ ਕਰੀਏ ਮਾਸਟਰਸ ਪ੍ਰੋਗਰਾਮ ਲਈ ਕੋਈ ਅਪਲਾਈ ਕਰਨਾ ਚਾਹੁੰਦਾ, ਉਹਨੇ ਗ੍ਰੈਜੂਏਸ਼ਨ ਅਗਰ ਸਪੋਜ਼ ਬੀਕਾਮ ਚ ਆਪਣੀ ਗ੍ਰੈਜੂਏਸ਼ਨ ਕੀਤੀ ਹੈ, ਲੇਕਿਨ ਉਸ ਤੋਂ ਬਾਅਦ ਉਹ ਜੋ ਕੰਮ ਹੈ ਲਗਾਤਾਰ ਕਿਸੇ ਹੋਰ ਫੀਲਡ ਵਿੱਚ ਕਰ ਰਿਹਾ, ਮੀਨਸ ਉਹਦੀ ਕੁਆਲੀਫਿਕੇਸ਼ਨ ਨਾਲ ਮੈਚ ਨਹੀਂ ਹੈ, ਤਾਂ ਹੁਣ ਜਦੋਂ ਅਪਲਾਈ ਕਰਨ ਬਾਰੇ ਸੋਚ ਰਿਹਾ ਤਾਂ ਉਹਨੂੰ ਕਿਸ ਤਰ੍ਹਾਂ ਦੇ ਕੋਰਸ ਦੀ ਸਿਲੈਕਸ਼ਨ ਕਰਨੀ ਚਾਹੀਦੀ ਹੈ, ਆਪਣੀ ਪ੍ਰੀਵੀਅਸ ਸਟੱਡੀ ਦੀ ਜਾਂ ਫਿਰ ਜਿਸ ਤਰ੍ਹਾਂ ਨਾਲ ਉਹ ਕੰਮ ਕਰ ਰਿਹਾ ਹੁਣ ਪਿਛਲੇ ਕਈ ਸਾਲਾਂ ਤੋਂ ਉਸ ਦੇ ਨਾਲ ਰਿਲੇਟਡ? ਦੇਖੋ, ਜੇ ਇਦਾਂ ਦੀ ਗੱਲ ਹੈ, ਐਕਸਪੀਰੀਅੰਸ ਦੀ ਗੱਲ ਕਰਾਂਗੇ ਫੀਲਡ ਦੀ, ਦੇਖੋ ਮਿਨੀਮਮ ਕੁਆਲੀਫਿਕੇਸ਼ਨ ਜਿੱਦਾਂ ਗ੍ਰੈਜੂਏਸ਼ਨ ਹੁੰਦੀ ਹੈ ਹਰ ਫੀਲਡ ਲਈ, ਤਾਂ ਇੱਕ ਬੀਕਾਮ ਗ੍ਰੈਜੂਏਟ ਮੋਸਟਲੀ ਸਭ ਟਾਈਪ ਦਾ ਕੰਮ ਕਰ ਸਕਦਾ। ਜਿਹੜਾ ਗ੍ਰੈਜੂਏਟ ਸਟੂਡੈਂਟ ਹੁੰਦਾ ਆ ਉਹ ਕੋਈ ਜ਼ਰੂਰੀ ਨਹੀਂ ਕਿ ਉਹ ਇੱਕ ਹੀ ਟਾਈਪ ਦਾ ਕੰਮ ਕਰੇਗਾ, ਅਕਾਊਂਟੈਂਟ ਦਾ ਕੰਮ ਕਰੇਗਾ, ਉਹ ਇੱਕ ਰਿਸੈਪਸ਼ਨ ਦਾ ਵੀ ਕੰਮ ਕਰ ਸਕਦਾ ਹੈ। ਮੈਂ ਇਸ ਕਰਕੇ ਗੱਲ ਕਰ ਰਹੀ ਸੀ ਕਿਉਂਕਿ ਕਈ ਵਾਰੀ ਬਾਕੀ ਕੰਟਰੀਜ਼ ਆਪਾਂ ਗੱਲ ਕਰੀਏ ਨਾ, ਕੋਰਸ ਰੈਲੇਵੈਂਸੀ ਜਾਂ ਚੀਜ਼ਾਂ ਬਹੁਤ ਮੈਟਰ ਕਰਦੀ ਹੈ, ਤੇ ਇੱਥੇ ਕੋਰਸ ਦੀ ਸਿਲੈਕਸ਼ਨ ਕਰਨ ਵੇਲੇ ਕਿਹੜੀ ਚੀਜ਼ਾਂ ਦਾ ਧਿਆਨ? ਨਹੀਂ, ਕੋਰਸ ਰੈਲੇਵੈਂਸੀ ਇੱਥੇ ਵੀ ਇੰਪੋਰਟੈਂਟ ਹੈ। ਠੀਕ ਹੈ, ਕੋਰਸ ਰੈਲੇਵੈਂਸੀ ਇੱਥੇ ਵੀ ਇੰਪੋਰਟੈਂਟ ਹੈ, ਲੇਕਿਨ ਉਹ ਅਸੀਂ ਬੱਚੇ ਦੀ ਪ੍ਰੋਫਾਈਲ ਦੇਖ ਕੇ ਦੇਖਾਂਗੇ। ਠੀਕ ਹੈ। ਇੱਕ ਕੋਰਸ ਅਵੇਲੇਬਲ ਨਹੀਂ ਹੈ ਨਾ, ਪ੍ਰੋਡਕਟ ਇੱਕ ਨਹੀਂ ਅਵੇਲੇਬਲ। ਜਿੱਦਾਂ ਤੁਸੀਂ
ਬਿਜ਼ਨਸ ਦੀ ਗੱਲ ਕਰਦੇ ਹਾਂ ਤਾਂ ਬਿਜ਼ਨਸ ਵਿੱਚ ਬਹੁਤ ਸਾਰੀ ਆਪਸ਼ਨ ਬੱਚੇ ਕੋਲ ਆ ਜਾਂਦੀਆਂ ਨੇ। ਬੀਕਾਮ ਦੇ ਬਾਅਦ ਸਿਰਫ ਅਕਾਊਂਟੈਂਸੀ ਨਹੀਂ ਹੈ, ਫਾਈਨੈਂਸ਼ੀਅਲ ਐਡਵਾਈਜ਼ਰ ਬਣ ਸਕਦਾ ਹੈ, ਫਾਈਨੈਂਸ਼ੀਅਲ ਐਨਾਲਿਸਟ ਬਣ ਸਕਦਾ ਹੈ, ਅਕਾਊਂਟੈਂਟ ਬਣ ਸਕਦਾ ਹੈ, ਤਾਂ ਬਹੁਤ ਸਾਰੀ ਆਪਸ਼ਨਸ ਹੈਗੀਆਂ। ਬੱਚੇ ਦੀ ਪ੍ਰੋਫਾਈਲ ਦੇਖਾਂਗੇ, ਜਿਸ ਪ੍ਰੋਫਾਈਲ ਦੇ ਵਿੱਚ ਉਹਦਾ ਐਕਸਪੀਰੀਅੰਸ ਆ ਉਹ ਦੇਖਾਂਗੇ, ਉਹਦੇ ਬਾਅਦ ਉਹਨੂੰ ਬੱਚੇ ਨੂੰ ਗਾਈਡ ਕਰਨਗੇ। ਜੀ ਜੀ। ਤਾਂ ਜਿਹੜੇ ਉਹ ਕਾਉਂਸਲਰਸ ਵੀ ਹੁੰਦੇ ਆ, ਜਿਹੜੇ ਯੂਨੀਵਰਸਿਟੀ ਆਫੀਸ਼ੀਅਲਸ ਵੀ ਹੁੰਦੇ ਆ, ਉਹ ਬੱਚੇ ਨੂੰ ਜਿਹੜਾ ਬੈਟਰ ਪ੍ਰੋਗਰਾਮ ਹੋਏਗਾ ਉਹਦੀ ਕੁਆਲੀਫਿਕੇਸ਼ਨ ਦੇ ਮੁਤਾਬਿਕ ਉਹਨੂੰ ਦੱਸਿਆ ਜਾਏਗਾ। ਜੀ 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 ਬਿਲਕੁਲ। ਸੋ ਇਸੇ ਲਈ ਗੱਲ ਦੇਖੋ ਬਾਰ-ਬਾਰ ਇਹੀ ਆ ਜਾਂਦੀ ਹੈ ਕਿ ਆਪਣੇ ਡਾਕੂਮੈਂਟਸ ਲੈ ਕੇ ਆਣੇ ਬਹੁਤ ਜ਼ਰੂਰੀ ਹੁੰਦੇ ਨੇ ਜਦੋਂ ਤੁਸੀਂ ਸਲਾਹ ਲੈਣਾ ਚਾਹੁੰਦੇ ਹੋ। ਕਿ ਚੰਗਾ ਕੰਸਲਟੈਂਟ ਉਹੀ ਹੈ ਜੋ ਤੁਹਾਡੀ ਪ੍ਰੋਫਾਈਲ ਨੂੰ ਚੰਗੀ ਤਰ੍ਹਾਂ ਦੇਖਣ ਤੋਂ ਬਾਅਦ, ਪਰਖਣ ਤੋਂ ਬਾਅਦ ਤੁਹਾਨੂੰ ਸੁਜੈਸਟ ਕਰ ਸਕੇ ਕਿ ਵਾਕਈ ਤੁਸੀਂ ਇਹ ਸਟੱਡੀ ਕੀਤੀ ਹੈ, ਤੁਸੀਂ ਗੈਪ ਵਿੱਚ ਕੀ ਕੁਝ ਕੀਤਾ, ਉਸ ਤੋਂ ਬਾਅਦ ਤੁਸੀਂ ਕਿੱਥੇ ਲਈ ਐਲੀਜੀਬਲ ਹੋ। ਸੋ ਸਹੀ ਤਰ੍ਹਾਂ ਤਰੀਕੇ ਨਾਲ ਜਿੱਥੇ ਤੁਸੀਂ ਐਲੀਜੀਬਲ ਹੋ ਉੱਥੇ ਹੀ ਅਪਲਾਈ ਕਰਿਆ ਕਰੋ ਤਾਂ ਕਿ ਬਿਨਾਂ ਰਿਫਿਊਜ਼ਲ ਦੇ ਤੁਸੀਂ ਆਪਣਾ ਵਿਦੇਸ਼ ਜਾਣ ਦਾ ਸੁਪਨਾ ਜੋ ਹੈ ਸਾਕਾਰ ਕਰ ਸਕੋ। ਤੇ ਇੱਥੇ ਚੀਜ਼ਾਂ ਹੋਰ ਕਿਹੜੀਆਂ ਖਾਸ ਡਿਫਰੈਂਟ ਬਣਾਉਂਦੀਆਂ ਨੇ ਸ਼ੈਂਗਨ ਕੰਟਰੀਜ਼ ਨੂੰ ਬਾਕੀ ਕੰਟਰੀਜ਼ ਤੋਂ? ਕਿਉਂਕਿ ਮੈਂ ਇਸ ਮਿਥ ਨੂੰ ਤੋੜਨਾ ਚਾਹੁੰਦੀ ਹਾਂ ਕਿ ਆਪਾਂ ਅਗਰ ਸੋਚੀਏ ਕਿ ਸਿਰਫ ਅਸੀਂ ਕੈਨੇਡਾ ਜਾ ਰਹੇ ਹਾਂ, ਆਸਟ੍ਰੇਲੀਆ ਜਾ ਰਹੇ ਹਾਂ, ਯੂਕੇ ਜਾ ਰਹੇ ਹਾਂ ਤਾਂ ਉਹੀ ਸਾਡੇ ਲਈ ਸਭ ਤੋਂ ਵੱਡਾ ਪੁਆਇੰਟ ਹੈ ਜੀ, ਅਸੀਂ ਜ਼ਿੰਦਗੀ 'ਚ ਕੁਝ ਅਚੀਵ ਕਰ ਲਿਆ। ਸ਼ੈਂਗਨ ਕੰਟਰੀਜ਼ ਨੂੰ ਵੀ ਕਿਤੇ ਜਿਹੜੇ ਗਏ ਨੇ ਸਟੂਡੈਂਟਸ ਉਹ ਬਹੁਤ ਤਾਰੀਫਾਂ ਵੀ ਕਰਦੇ ਨੇ, ਬਹੁਤ ਕੁਝ ਚੰਗਾ ਦੱਸਦੇ ਨੇ। ਕਿਉਂ ਇਹ ਮਿਥ ਬਣੀ ਹੋਈ ਹੈ ਕਿ ਲਾਸਟ ਚੁਆਇਸ ਹੀ ਆਪਾਂ ਸ਼ੈਂਗਨ ਕੰਟਰੀਜ਼ ਨੂੰ ਮੰਨੀਏ? ਦੇਖੋ ਗੱਲ ਪਤਾ ਕੀ ਹੈ, ਇੱਥੇ ਮੈਂ ਇੱਕ ਹੋਰ ਚੀਜ਼ ਕਹਿਣਾ ਚਾਹੂੰਗਾ ਜੀ, ਸੌਰੀ ਟੂ ਸੇ, ਮਤਲਬ ਇਹ ਕੀ ਹੁੰਦਾ ਨਾਰਮਲੀ ਸਾਡੇ ਜ਼ਿਆਦਾਤਰ ਪੰਜਾਬੀ ਫੈਮਲੀਜ਼ ਦੇ ਵਿੱਚ ਜੀ ਹਰ ਕੋਈ ਇੱਕ ਬੰਦਾ ਫੈਮਲੀ ਦਾ ਕੈਨੇਡਾ ਸੈਟਲ ਹੈ ਜਾਂ ਤਾਂ ਫਿਰ ਆਸਟ੍ਰੇਲੀਆ ਸੈਟਲ। ਬਿਲਕੁਲ ਇਹ ਚੀਜ਼ ਮੰਨਦੇ ਹੋ ਤੁਸੀਂ? ਇਹੀ ਇੱਕ ਕਾਰਨ ਹੈ ਕਿ ਜਿਹੜਾ ਮੋਸਟਲੀ ਬੱਚੇ ਜਿਹੜੇ ਪੰਜਾਬ ਦੇ ਨੇ ਉਹਨਾਂ ਦਾ ਰੁਝਾਨ ਕੈਨੇਡਾ ਵੱਲ ਜਾਂ ਆਸਟ੍ਰੇਲੀਆ ਵੱਲ ਜ਼ਿਆਦਾ ਹੈ। ਜੀ ਜੀ। ਉਹ ਇਸ ਦੋ ਚੀਜ਼ਾਂ ਤੋਂ ਇਲਾਵਾ ਬਾਹਰ ਨਹੀਂ ਨਿਕਲ ਸਕਦੇ, ਨਾ ਉਹ ਸੋਚਦੇ ਆ ਨਾ ਉਹ ਨਿਕਲਣਾ ਚਾਹੁੰਦੇ ਆ। ਅੱਜ ਵੀ ਸਾਡੇ ਕੋਲ ਕਈ ਕਲਾਇੰਟਸ ਆਉਂਦੇ, ਕਈ ਕੈਂਡੀਡੇਟਸ ਆਉਂਦੇ ਆ, ਜੇ ਅਸੀਂ ਉਹਨਾਂ ਨੂੰ ਕਹੀਏ ਨਾ ਵੀ ਤੁਹਾਡੀ ਪ੍ਰੋਫਾਈਲ ਕੈਨੇਡਾ ਲਈ ਐਲੀਜੀਬਲ ਨਹੀਂ ਆ ਤਾਂ ਤੁਸੀਂ ਇਹ ਕੰਟਰੀ ਟਰਾਈ ਕਰੋ, ਇਹ ਬਹੁਤ ਅੱਛੀ ਕੰਟਰੀ ਆ, ਜਾਓ ਤੁਸੀਂ। ਉਹ ਕਹਿੰਦੇ ਨਹੀਂ ਜੀ ਜਰਮਨੀ ਨਹੀਂ ਜਾਣਾ, ਸਾਡੇ ਸਾਰੇ ਭੈਣ ਭਰਾ ਰਿਸ਼ਤੇਦਾਰ ਕੈਨੇਡਾ ਹੀ ਆ, ਸਾਡੇ ਸਾਰੇ ਭੈਣ ਭਰਾ ਆਸਟ੍ਰੇਲੀਆ ਬੈਠੇ, ਸਾਨੂੰ ਉੱਧਰ ਭੇਜੋ। ਲੇਕਿਨ ਉਹ ਇਹ ਨਹੀਂ ਸਮਝਦੇ ਕਿ ਤੁਹਾਡੀ ਪ੍ਰੋਫਾਈਲ ਐਲੀਜੀਬਲ ਨਹੀਂ ਬਣ ਰਹੀ, ਤੁਸੀਂ ਅਸੈਸਮੈਂਟ ਤੁਹਾਡੀ ਨੈਗੇਟਿਵ ਆ ਰਹੀ ਹੈ, ਤੁਸੀਂ ਉਸ ਕੰਟਰੀ ਲਈ ਐਲੀਜੀਬਲ ਨਹੀਂ ਹੈ। ਤਾਂ ਮੈਂ ਇਸੇ ਕਰਕੇ ਕਹੂੰਗਾ, ਔਰ ਦੇਖੋ ਸ਼ੈਂਗਨ ਕੰਟਰੀਆਂ ਸਾਰੀਆਂ, ਭਾਵੇਂ ਜਰਮਨੀ ਕਹਿ ਲਓ, ਭਾਵੇਂ ਪੋਲੈਂਡ ਕਹਿ ਲਓ, ਭਾਵੇਂ ਹੰਗਰੀ ਕਹਿ ਲਓ, ਭਾਵੇਂ ਲਾਤਵੀਆ ਕਹਿ ਲਓ, ਇਹ ਸਾਰੀ ਕੰਟਰੀਆਂ ਠੰਡੇ ਮੁਲਕ ਹਨ ਜਿੱਦਾਂ ਕਿ ਕੈਨੇਡਾ ਆ। ਤਾਂ ਇੱਥੇ ਵੀ ਪੀਆਰ ਦੀ ਸੈਟਲਮੈਂਟ ਹੈਗੀ ਹੈ, ਪ੍ਰੋਪਰ ਕੰਮ ਕਰਕੇ, ਸਟੱਡੀ ਕਰਕੇ, ਕੰਮ ਕਰਕੇ 3 ਤੋਂ 5 ਸਾਲ ਆਪਣਾ ਟੈਕਸਸ ਪੇ ਕਰਕੇ ਤੁਸੀਂ ਪੀਆਰ ਹੋ ਸਕਦੇ ਹੋ। ਔਰ ਸਭ ਤੋਂ ਵੱਡੀ ਗੱਲ ਕਿ ਜੀਡੀਪੀ ਕੈਨੇਡਾ ਨਾਲੋਂ ਲੱਖ ਦਰਜਾ ਉੱਚੇ ਹੈ। ਔਰ ਉੱਥੇ ਗੱਲ, ਦੂਸਰੀ ਗੱਲ ਇਹ ਕਿ ਉੱਥੇ ਦੀ ਜਿਹੜੀ ਕਰੰਸੀ ਹੈ ਉਹ ਵੀ 80 ਤੋਂ 85 ਆਪਣੇ ਇੱਥੇ ਯੂਰੋ ਚੱਲਦੇ ਆ ਉਹਨਾਂ ਦੇ। 1 ਯੂਰੋ ਦੀ ਕੀਮਤ 80 ਤੋਂ 85 ਰੁਪਏ ਹੈ। ਕਿਸੇ ਵੀ ਤਰੀਕੇ ਨਾਲ ਕੋਈ ਵੀ ਲੂਪ ਹੋਲਸ ਨਹੀਂ ਹੈਗੇ। ਪਲੱਸ ਸਟੂਡੈਂਟਸ ਨੂੰ, ਬੱਚਿਆਂ ਨੂੰ ਜਿਹੜੇ ਪੜ੍ਹਾਈ ਕਰਨ ਚੱਲੇ ਆ ਉੱਥੇ, ਉਹਨਾਂ ਨੂੰ ਬਹੁਤ ਸਾਰੀ ਬੈਨੀਫਿਟਸ ਦਿੰਦੇ ਆ। ਇਹੋ ਜਿਹੀ ਕੰਟਰੀਆਂ 'ਚ, ਸ਼ੈਂਗਨ ਕੰਟਰੀਆਂ 'ਚ ਬੱਚਿਆਂ ਨੂੰ, ਸਟੱਡੀ ਵਾਲੇ ਬੱਚਿਆਂ ਨੂੰ ਬਹੁਤ ਸਾਰੀ ਐਗਜ਼ੈਂਪਸ਼ਨਸ ਆ, ਬਹੁਤ ਸਾਰੇ ਵੇਵਰਸ ਹੈ ਜੋ ਐਂਜੋਏ ਕਰ ਸਕਦੇ ਨੇ। ਔਰ ਆਖਰੀ ਬਟ ਨਾਟ ਦ ਲਾਸਟ ਬਟ ਨਾਟ ਦ ਲੀਸਟ, ਜਿਹੜੇ ਇਹ ਸ਼ੈਂਗਨ ਮੁਲਕ ਆ, ਬੱਚੇ ਹਰ ਕੋਈ ਜਾਂਦੇ ਜੀ ਸ਼ੈਂਗਨ ਜਾਣਾ, ਜੀ ਸ਼ੈਂਗਨ ਜਾਣਾ। 27 ਕੰਟਰੀਆਂ ਦਾ ਤੁਹਾਨੂੰ ਵੀਜ਼ਾ ਮਿਲ ਜਾਂਦਾ, 27 ਕੰਟਰੀਆਂ 'ਚ ਤੁਸੀਂ ਮੂਵ ਕਰ ਸਕਦੇ ਹੋ। ਹੋਰ ਕੀ ਚਾਹੀਦਾ? ਬਿਲਕੁਲ ਬਿਲਕੁਲ ਸਹੀ ਗੱਲ ਹੈ। ਸੋ ਇਹਨਾਂ ਚੀਜ਼ਾਂ ਨੂੰ ਹੀ ਸਮਝਣ ਦੀ ਜ਼ਰੂਰਤ ਹੈ ਕਿ ਪ੍ਰੈਕਟੀਕਲ ਹੋ ਕੇ ਚੱਲਿਆ ਕਰੋ। ਅੱਜ ਕੱਲ੍ਹ ਇੰਟਰਨੈਟ ਦਾ ਜ਼ਮਾਨਾ ਹੈ, ਇਹ ਨਹੀਂ ਕਿ ਕੋਈ ਕੰਸਲਟੈਂਟ ਕਹਿ ਰਿਹਾ ਤਾਂ ਆਪਣੇ ਬੈਨੀਫਿਟ ਲਈ ਕਹਿ ਰਿਹਾ ਹੋਵੇਗਾ। ਤੁਸੀਂ ਇੰਟਰਨੈਟ 'ਤੇ ਵੀ ਸਾਰੀ ਚੀਜ਼ਾਂ ਜੋ ਹੈ ਦੇਖ ਸਕਦੇ ਹੋ, ਸਮਝ ਸਕਦੇ ਹੋ ਤੇ ਆਪਣੇ ਲਈ ਰਾਈਟ ਡਿਸੀਜ਼ਨ ਵੀ ਜ਼ਰੂਰ ਲੈ ਸਕਦੇ ਹੋ ਇੰਟਰਨੈਟ ਦਾ ਯੂਜ਼ ਕਰਕੇ। ਸੋ ਅੱਜ ਜਿਹੜੀ ਆਪਾਂ ਖਾਸ ਤੌਰ 'ਤੇ ਸ਼ੈਂਗਨ ਕੰਟਰੀਜ਼, ਪੋਲੈਂਡ, ਹੰਗਰੀ ਔਰ ਲਾਤਵੀਆ ਦੀ ਗੱਲ ਕਰ ਰਹੇ ਹਾਂ। ਸੋ ਐਲੀਜੀਬਿਲਿਟੀ ਆਪਾਂ ਸਟਾਰਟਿੰਗ ਵਿੱਚ ਵੀ ਗੱਲ ਕੀਤੀ ਹੈ ਕਿ ਕਿਹੜੇ ਸਟੂਡੈਂਟਸ ਜਾ ਸਕਦੇ ਨੇ। ਸੋ ਤੁਸੀਂ ਜ਼ਰੂਰ ਇੱਕ ਵਾਰੀ ਆਪਣੀ ਪ੍ਰੋਫਾਈਲ ਡਿਸਕਸ ਕਰ ਸਕਦੇ ਹੋ। ਲਗਾਤਾਰ ਨੰਬਰ ਡਿਸਪਲੇ ਹੋ ਰਿਹਾ, ਇਹ ਨੰਬਰ ਨੋਟ ਕਰਕੇ ਰੱਖੋ। WDIC ਦਾ ਇਹ ਨੰਬਰ ਹੈ ਤੇ ਇਹਨਾਂ ਦੀ ਟੀਮ ਦੇ ਨਾਲ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਰਾਬਤਾ ਕਾਇਮ ਕਰ ਸਕਦੇ ਹੋ। ਹੁਸ਼ਿਆਰਪੁਰ, ਨਵਾਂ ਸ਼ਹਿਰ, ਲੁਧਿਆਣਾ, ਚੰਡੀਗੜ੍ਹ, ਬਠਿੰਡਾ ਤੇ ਜਲੰਧਰ ਵਿੱਚ ਇਹਨਾਂ ਦੀ ਬ੍ਰਾਂਚਿਸ ਹੈ। ਜਿੱਥੇ ਵੀ ਤੁਹਾਨੂੰ ਨੇੜੇ ਲੱਗੇ ਟਾਈਮਲੀ ਵਿਜ਼ਿਟ ਕਰੋ ਤਾਂ ਕਿ ਤੁਸੀਂ ਵੀ ਵਿਦੇਸ਼ ਜਾਣ ਦਾ ਸੁਪਨਾ ਜੋ ਹੈ ਆਪਣਾ ਸਾਕਾਰ ਕਰ ਸਕੋ। ਕਿਉਂਕਿ ਖਾਸ ਤੌਰ ਤੇ ਜਦੋਂ ਅਸੀਂ ਗੱਲ ਕਰਦੇ ਹਾਂ ਕੋਈ ਮਾਸਟਰਸ ਪ੍ਰੋਗਰਾਮ ਲਈ ਜਾਣਾ ਚਾਹੁੰਦਾ, ਗੈਪ ਬਹੁਤ ਜ਼ਿਆਦਾ ਆ ਚੁੱਕਿਆ ਹੈ, 10 ਸਾਲ ਦਾ ਗੈਪ ਵੀ ਆ ਚੁੱਕਿਆ ਹੈ, ਵਿਦਆਊਟ ਆਇਲਸ ਜਾਣਾ ਚਾਹੁੰਦੇ ਤਾਂ ਇਸ ਤੋਂ ਚੰਗੀ ਆਪਸ਼ਨਸ ਹੋਰ ਤੁਹਾਡੇ ਲਈ ਕੀ ਹੋ ਸਕਦੀਆਂ ਨੇ? ਕਿਉਂਕਿ ਜਿਵੇਂ ਆਪਾਂ ਪਹਿਲਾਂ ਜ਼ਿਕਰ ਕੀਤਾ ਕਿ ਵੀ ਪੇਰੈਂਟਸ ਜੋ ਹੈ ਧੱਕੇ ਨਾਲ ਕਹਿੰਦੇ ਨੇ ਕਿ ਮੇਰੇ ਰਿਸ਼ਤੇਦਾਰ ਫਲਾਣੀ ਜਗ੍ਹਾ ਤੇ, ਸ਼ਾਇਦ ਉੱਥੇ ਉਹ ਠੱਗੀ ਦਾ ਸ਼ਿਕਾਰ ਵੀ ਹੋ ਜਾਂਦੇ ਨੇ, ਠੱਗੀ ਦਾ ਸ਼ਿਕਾਰ ਵੀ ਹੁੰਦੇ ਆ, ਪੈਸੇ ਵੀ ਵੇਸਟ ਕਰਦੇ ਆ, ਬਾਰ-ਬਾਰ ਰਿਫਿਊਜ਼ਲ ਵੀ ਲੈਂਦੇ ਨੇ ਔਰ ਫਿਰ ਬਾਅਦ 'ਚ ਸਮਝ ਆਉਂਦੀ ਹੈ ਔਰ ਫਿਰ ਜੋ ਹੈ ਅਜਿਹੀ ਆਪਸ਼ਨਸ ਵੱਲ ਆਉਂਦੇ ਨੇ ਔਰ ਅਪਲਾਈ ਕਰਦੇ ਨੇ। ਫਿਰ ਕਹਿੰਦੇ ਨੇ ਅਸੀਂ ਇਸ ਆਪਸ਼ਨ ਤੇ ਪਹਿਲਾਂ ਕਿਉਂ ਨਹੀਂ ਚੱਲੇ? ਤੁਹਾਡੇ ਕੋਲ ਵੀ ਇਸ ਤਰ੍ਹਾਂ ਦੀ ਪਹੁੰਚਦੇ ਨੇ ਸਟੂਡੈਂਟਸ? ਆਉਂਦੇ ਨੇ ਜੀ, ਆਉਂਦੇ ਬਿਲਕੁਲ ਆਉਂਦੇ ਨੇ। ਡਾਇਰੈਕਟ ਕਲਾਇੰਟਸ ਕਈ ਵਾਰੀ ਸਾਡੇ ਕੋਲ ਆਫਿਸ 'ਤੇ ਵਿਜ਼ਿਟ ਕਰਦੇ ਨੇ, ਉਹ ਜਦੋਂ ਫਸ ਜਾਂਦੇ ਨੇ ਸਾਰੇ ਪਾਸੇ, ਫਿਰ ਉਹਨੂੰ ਕੋਈ ਰਾਹ ਨਹੀਂ ਦਿੰਦਾ। ਲੇਕਿਨ ਤਬ ਤੱਕ ਉਹ ਕੈਰੀਅਰ ਵੀ ਆਪਣਾ ਖਰਾਬ ਕਰ ਚੁੱਕੇ ਹੁੰਦੇ ਆ, ਗੈਪ ਵੀ ਬਹੁਤ ਜ਼ਿਆਦਾ ਪੈ ਜਾਂਦਾ। ਮੈਂ ਉਹੀ ਦੱਸ ਰਿਹਾ, ਕੈਨੇਡਾ ਵੱਧ ਤੋਂ ਵੱਧ 5 ਸਾਲ ਦਾ ਗੈਪ ਐਕਸੈਪਟ ਕਰਦੀ ਹੈ।
यूके भी 3 ਤੋਂ 4 ਸਾਲ ਦਾ ਗੈਪ ਐਕਸੈਪਟ ਕਰਦੀ ਹੈ। ਜੇ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਉਹ ਵੀ +2 ਵਾਲੇ ਲਈ ਤਾਂ 2021 ਪਾਸ ਆਊਟ 1 ਸਾਲ ਦਾ ਜਾਂ ਵੱਧ ਤੋਂ ਵੱਧ 3 ਸਾਲ ਦਾ ਗੈਪ ਐਕਸੈਪਟ ਕਰਦੀ ਹੈ। ਤਾਂ ਮੈਨੂੰ ਤੁਸੀਂ ਦੱਸੋ ਕਿਹੜੀ ਕੰਟਰੀ ਹੈ ਜੇ ਅਜਿਹੀ ਕੰਟਰੀ ਹੈ ਜਿਹੜੀ 8 ਤੋਂ 10 ਸਾਲ ਦਾ ਗੈਪ ਐਕਸੈਪਟ ਕਰਦੀ ਹੈ? ਉਹ ਸਿਰਫ ਸ਼ੈਂਗਨ ਦੀ ਜਰਮਨੀ ਕੰਟਰੀ ਹੈ ਜਾਂ ਪੋਲੈਂਡ, ਹੰਗਰੀ, ਲਾਤਵੀਆ ਕੰਟਰੀ ਹੈ। ਤਾਂ ਬੱਚੇ ਕਿਉਂ ਨਹੀਂ ਜਾਂਦੇ ਜੀ? ਔਰ ਉਹ ਵੀ ਓਵਰਆਲ ਪਰਸੈਂਟੇਜ ਉਹਨਾਂ ਦੀ ਬਹੁਤ ਘੱਟ ਹੈ, 55 ਤੋਂ 60% ਹੈ, ਬਹੁਤ ਘੱਟ ਖਰਚੇ 'ਚ ਜਾ ਸਕਦੇ ਆ। ਐਲਸ ਦੀ ਲੋੜ ਨਹੀਂ, ਕੋਈ ਬਲੌਕ ਅਕਾਊਂਟਸ ਦੀ ਲੋੜ ਨਹੀਂ। ਹੋਰ ਕੀ ਭਾਲਦੇ ਆ? ਬਿਲਕੁਲ ਹੋਰ ਕੀ ਭਾਲਦੇ? ਤਾਂ ਇਹ ਮੌਕਾ ਉਹਨਾਂ ਨੂੰ ਲੈਣਾ ਚਾਹੀਦਾ ਔਰ ਆਪਣੇ ਪ੍ਰੋਗਰਾਮ ਨੂੰ ਲਿੰਗਰ ਔਨ ਨਾ ਕਰਨ, ਕਿਉਂਕਿ ਅਸੀਂ ਦੇਖਿਆ ਹੈ ਇੱਥੇ, ਅਸੀਂ ਵੀ ਦੇਖਦੇ ਹਾਂ ਕਲਾਇੰਟਸ ਆਉਂਦੇ ਨੇ, ਕੈਂਡੀਡੇਟਸ ਆਉਂਦੇ ਨੇ, ਅਸੀਂ ਪੁੱਛ ਕੇ ਚਲੇ ਜਾਂਦੇ ਨੇ ਦੱਸਾਂਗੇ ਜੀ, ਉਹ ਦੱਸਾਂਗੇ ਕਰਕੇ 6 ਮਹੀਨੇ ਸਾਲ ਲੰਘਾ ਦਿੰਦੇ ਆ, ਗੈਪ ਵੱਧ ਜਾਂਦਾ, ਫਿਰ ਉਹਨਾਂ ਕੋਲ ਕੋਈ ਹੱਲ ਨਹੀਂ ਰਹਿੰਦਾ। ਬਿਲਕੁਲ ਸਹੀ ਜੀ। ਇੱਥੇ ਮੈਂ ਜ਼ਰੂਰ ਇਹ ਸਵਾਲ ਕਰਨਾ ਚਾਹ ਰਹੀ ਸੀ, ਜਿਵੇਂ ਆਪਾਂ ਬਾਕੀ ਕਈ ਕੰਪਨੀਆਂ ਦੀ ਗੱਲ ਕਰੀਏ, ਉਹ ਹਮੇਸ਼ਾ ਜ਼ਿਆਦਾਤਰ ਅਸੀਂ ਦੇਖਣ ਨੂੰ ਸੁਣਨ ਨੂੰ ਆਉਂਦਾ ਹੈ ਯੂਕੇ ਬਾਰੇ ਗੱਲ ਕਰਦੇ ਆ, ਕੈਨੇਡਾ ਬਾਰੇ ਗੱਲ ਕਰਦੇ ਆ, ਆਸਟ੍ਰੇਲੀਆ ਬਾਰੇ ਗੱਲ ਕਰਦੇ ਆ, ਲੇਕਿਨ WDIC ਇਸ ਤਰ੍ਹਾਂ ਦੀ ਆਪਸ਼ਨਸ ਲੈ ਕੇ ਆਉਂਦੇ ਕਿ ਜਿਸ ਦੇ ਨਾਲ ਜੋ ਵੀਕ ਪ੍ਰੋਫਾਈਲਸ ਨੇ, ਮੈਂ ਸਪੈਸ਼ਲੀ ਮੰਨੂਗੀ ਜਿਨ੍ਹਾਂ ਦਾ ਗੈਪ ਬਹੁਤ ਆ ਗਿਆ, ਕਿਉਂਕਿ ਆਇਲਸ ਬਹੁਤ ਵੱਡੀ ਇੱਕ ਦਿੱਕਤ ਹੈ ਸਟੂਡੈਂਟਸ ਲਈ, ਕਿਉਂਕਿ ਸਟੂਡੈਂਟਸ ਕਈ ਵਾਰ 1 ਵਾਰ 2 ਵਾਰ 3 ਵਾਰ ਟਰਾਈ ਕਰਦੇ ਨੇ, ਉਹਨਾਂ ਦਾ ਡਿਜ਼ਾਇਰਡ ਸਕੋਰ ਨਹੀਂ ਆਉਂਦਾ। ਸੋ WDIC ਵੱਲੋਂ ਖਾਸ ਤੌਰ ਤੇ ਅਜਿਹੀ ਆਪਸ਼ਨਸ ਦੇ ਉੱਪਰ ਹੀ ਫੋਕਸ ਕੀਤਾ ਜਾਂਦਾ ਹੈ। ਮੈਂ ਇਹ ਜ਼ਰੂਰ ਸਮਝਿਆ ਕਿਉਂਕਿ ਆਪਾਂ ਕੁਝ ਸ਼ੋਜ਼ ਲਗਾਤਾਰ ਕਰ ਰਹੇ ਹਾਂ, ਤਾਂ ਇਹ ਖਾਸ ਚੀਜ਼ਾਂ ਵੱਲ ਹੀ ਕਿਉਂ ਧਿਆਨ ਦਿੱਤਾ ਹੈ WDIC ਨੇ? ਮੈਂ ਸ਼ਾਇਦ ਤੁਹਾਡੇ ਨਾਲ ਪਹਿਲੇ ਵੀ ਜ਼ਿਕਰ ਕੀਤਾ ਸੀ ਸ਼ੋਅ ਦੇ ਵਿੱਚ ਕਿ WDIC ਕੋਲ ਐਕਸਕਲੂਸਿਵ ਪ੍ਰੋਡਕਟਸ ਨੇ ਜੀ। ਔਰ ਦਿੱਕਤ ਪਤਾ ਕੀ ਹੁੰਦੀ ਹੈ ਕਿ ਬੱਚੇ, ਜਿੱਦਾਂ ਮੈਂ ਪਹਿਲੇ ਦੱਸਿਆ, ਰੁਝਾਨ 2-3 ਕੰਟਰੀਆਂ ਵਾਲੀ ਹੈ, ਲੇਕਿਨ WDIC ਕੋਲ ਹੈ ਇਹ ਪ੍ਰੋਡਕਟਸ ਹੈਗੇ ਆ। ਤਾਂ WDIC ਨਹੀਂ ਚਾਹੁੰਦਾ ਕਿ ਕੋਈ ਬੱਚਾ ਜਾਂ ਕੋਈ ਪੇਰੈਂਟਸ ਅਜਿਹਾ ਰਹਿ ਜਾਏ ਜਿਹੜਿਆਂ ਦੇ ਸੁਪਨੇ ਹੈਗੇ ਕਿ ਆਪਣੇ ਬੱਚੇ ਨੂੰ ਬਾਹਰ ਜਾ ਕੇ ਸੈਟਲ ਹੋ ਕੇ ਦੇਖਣਾ ਚਾਹੁੰਦੇ ਆ, ਉਹ ਸਿਰਫ ਕੈਨੇਡਾ ਆਸਟ੍ਰੇਲੀਆ ਦੇ ਚੱਕਰ 'ਚ ਰਹਿ ਜਾਣ, ਉਹਨਾਂ ਦੀ ਜ਼ਿੰਦਗੀ ਸੈਟਲ ਨਾ ਹੋਵੇ। ਤਾਂ WDIC ਮੌਕਾ ਦੇ ਰਿਹਾ ਔਰ WDIC ਕੋਲ ਅਜਿਹੇ ਪ੍ਰੋਡਕਟ ਹੈਗੇ ਆ, ਇਸੇ ਕਰਕੇ WDIC ਤੁਹਾਡੇ ਸਾਹਮਣੇ ਲੈ ਕੇ ਆ ਰਿਹਾ ਜੀ। ਬਿਲਕੁਲ। ਸੋ 17 ਸਾਲਾਂ ਤੋਂ ਵੀ ਵੱਧ ਸਮਾਂ ਹੋ ਚੁੱਕਿਆ ਹੈ WDIC ਨੂੰ, ਜੋ ਕਿ ਸਟੂਡੈਂਟਸ ਨੂੰ ਵਧੀਆ ਸਲਾਹ ਦਿੰਦੇ ਆਏ ਨੇ ਤੇ ਸਟੂਡੈਂਟਸ ਵੀ ਇਹਨਾਂ ਦੀ ਗਾਈਡੈਂਸ ਦੇ ਨਾਲ ਆਪਣਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰ ਚੁੱਕੇ ਨੇ। ਸੋ ਤੁਹਾਡੀ ਜਿਹੜੀ ਵੀ ਮੰਜ਼ਿਲ ਹੋਵੇ, ਜ਼ਰੂਰ ਦੇਖਿਆ ਕਰੋ ਕਿ ਅਸੀਂ ਉੱਥੇ ਲਈ ਐਲੀਜੀਬਲ ਹਾਂ ਕਿ ਨਹੀਂ। ਸੋ ਐਲੀਜੀਬਲ ਹੋਣਾ ਬਹੁਤ ਜ਼ਰੂਰੀ ਹੁੰਦਾ, ਅਸੀਂ ਹਰ ਵਾਰੀ ਆਪਣੇ ਸ਼ੋਅ ਦੇ ਵਿੱਚ ਗੱਲ ਕਰਦੇ ਹਾਂ। ਸੋ ਨਾਲ ਦੇ ਨਾਲ ਤੁਹਾਨੂੰ ਇੱਕ ਵਾਰ ਫਿਰ ਤੋਂ ਮੈਂ ਜਾਂਦੇ ਦੱਸਣਾ ਚਾਹੂੰਗੀ ਕਿ ਜੋ ਸੈਮੀਨਾਰ ਆਰਗੇਨਾਈਜ਼ ਕਰਵਾਇਆ ਜਾ ਰਿਹਾ ਹੈ WDIC ਵੱਲੋਂ 13 ਜੂਨ ਤੋਂ ਲੈ ਕੇ 18 ਜੂਨ ਤੱਕ, 13 ਨੂੰ ਬਠਿੰਡਾ, 14 ਨੂੰ ਨਵਾਂ ਸ਼ਹਿਰ, 15 ਨੂੰ ਲੁਧਿਆਣਾ, 16 ਨੂੰ ਚੰਡੀਗੜ੍ਹ, 17 ਨੂੰ ਹੁਸ਼ਿਆਰਪੁਰ ਅਤੇ 18 ਨੂੰ ਜਲੰਧਰ ਦੇ ਵਿੱਚ ਇਹ ਹੋ ਰਿਹਾ। ਤੁਸੀਂ ਜ਼ਰੂਰ ਇਸ ਸੈਮੀਨਾਰ ਦਾ ਹਿੱਸਾ ਬਣੋ ਤਾਂ ਕਿ ਤੁਸੀਂ ਆਪਣੀ ਪ੍ਰੋਫਾਈਲ ਨੂੰ ਸਮਝ ਵੀ ਸਕੋ। ਖੁਦ ਵੀ ਆਪਣੀ ਪ੍ਰੋਫਾਈਲ ਸਮਝਣਾ ਬਹੁਤ ਜ਼ਰੂਰੀ ਹੈ ਕਿ ਅਸੀਂ ਕਿੱਥੇ ਲਈ ਐਲੀਜੀਬਲ ਹਾਂ। ਜਿੱਥੇ ਐਲੀਜੀਬਲ ਹੋ ਉੱਥੇ ਰਾਈਟ ਟਾਈਮ ਤੇ ਰਾਈਟ ਡਿਸੀਜਨ ਲੈ ਕੇ ਆਪਣਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰੋ। ਜਾਂਦੇ ਸਰ ਤੁਹਾਡੇ ਤੋਂ ਵੀ ਸੈਮੀਨਾਰ ਬਾਰੇ ਥੋੜਾ ਜਿਹਾ ਹੋਰ ਚਾਹੂੰਗੀ ਕਿ ਦਰਸ਼ਕਾਂ ਨੂੰ ਜਾਣਕਾਰੀ ਦਿਓ ਤਾਂ ਕਿ ਜਿੰਨੇ ਵੀ ਪੇਰੈਂਟਸ ਜਾਂ ਸਟੂਡੈਂਟਸ ਇਹ ਸ਼ੋਅ ਵੇਖ ਰਹੇ ਨੇ ਉਹ ਵੀ ਇਸ ਸੈਮੀਨਾਰ ਦਾ ਹਿੱਸਾ ਬਣ ਸਕਣ। ਹਰਜੋਤ ਜੀ, ਵੈਸੇ ਤੁਸੀਂ ਮੇਰੇ ਮੂੰਹ ਦੀ ਗੱਲ ਕਹਿ ਹੀ ਦਿੱਤੀ ਹੈ, ਸੈਮੀਨਾਰਸ ਦੀ ਡੇਟ ਤੁਸੀਂ ਦੱਸ ਹੀ ਦਿੱਤੀ ਹੈ, ਫਿਰ ਵੀ ਮੈਂ ਗੱਲ ਕਹਿਣਾ ਚਾਹੂੰਗਾ ਕਿ ਸੈਮੀਨਾਰ ਦੇ ਵਿੱਚ ਆਪਣੇ ਡਾਕੂਮੈਂਟਸ ਔਰ ਆਪਣੇ ਪੇਰੈਂਟਸ ਦੇ ਨਾਲ ਜ਼ਰੂਰ ਵਿਜ਼ਿਟ ਕਰੋ। ਬੈਨੀਫਿਟ ਲਓ, ਔਨ ਦਾ ਸਪੌਟ ਅਸੈਸਮੈਂਟ ਦਾ ਵੀ, ਔਨ ਦਾ ਪ੍ਰੋਫਾਈਲ ਅਸੈਸਮੈਂਟ ਹੋਏਗੀ, ਔਨ ਦਾ ਸਪੌਟ ਤੁਸੀਂ ਆਫਰ ਲੈਟਰ ਵੀ ਲੈ ਸਕਦੇ ਆ। ਆਫੀਸ਼ੀਅਲ ਰਿਪਰੈਜ਼ੈਂਟੇਟਿਵ ਨੂੰ, ਕਾਲਜ ਦੇ ਰਿਪਰੈਜ਼ੈਂਟੇਟਿਵ ਨੂੰ, ਯੂਨੀਵਰਸਿਟੀ ਦੇ ਰਿਪਰੈਜ਼ੈਂਟੇਟਿਵ ਨੂੰ ਰੂਬਰੂ ਮਿਲਣ ਦਾ ਮੌਕਾ ਪਾਓ ਔਰ ਸਪੈਸ਼ਲ ਡਿਸਕਾਊਂਟਸ ਜਿਹੜੇ ਅਸੀਂ ਦੇ ਰਹੇ ਹਾਂ ਰਜਿਸਟ੍ਰੇਸ਼ਨ ਉੱਤੇ, ਉਹਦਾ ਵੀ ਲਾਹਾ ਲਓ। ਇੰਨਾ ਹੀ ਕਹਿਣਾ ਚਾਹੂੰਗਾ ਜੀ। ਬਿਲਕੁਲ। ਸੋ ਕੋਈ ਸਵਾਲ ਅਗਰ ਰਹਿ ਗਿਆ ਹੋਵੇ ਮੇਰੇ ਤੋਂ ਇਸ ਸ਼ੋਅ ਦੇ ਵਿੱਚ ਪੁੱਛਣ ਵਿੱਚ, ਤਾਂ ਤੁਸੀਂ ਜ਼ਰੂਰ ਇਹ ਨੰਬਰ ਦੇ ਉੱਪਰ ਕਾਲ ਕਰਕੇ ਪੁੱਛ ਸਕਦੇ ਹੋ। ਆਪਣੀ ਪ੍ਰੋਫਾਈਲ ਬਾਰੇ ਕੁਝ ਜਾਣਨਾ ਚਾਹੁੰਦੇ ਹੋ, ਕਿਉਂਕਿ ਅਸੀਂ ਹਮੇਸ਼ਾ ਗੱਲ ਕਰਦੇ ਹਾਂ ਹਰੇਕ ਪ੍ਰੋਫਾਈਲ ਡਿਫਰੈਂਟ ਹੈ, ਅਸੀਂ ਹਰੇਕ ਪ੍ਰੋਫਾਈਲ ਨੂੰ ਅਲੱਗ ਤਰੀਕੇ ਨਾਲ ਅਸੈਸਮੈਂਟ ਉਸਦੀ ਕੀਤੀ ਜਾਂਦੀ ਹੈ। ਸੋ ਵਾਕਈ ਅਗਰ ਤੁਹਾਨੂੰ ਲੱਗ ਰਿਹਾ ਕਿ ਕੁਝ ਸਮਝ ਨਹੀਂ ਆ ਰਿਹਾ ਤੇ ਕਾਲ ਕਰੋ, ਤੁਹਾਨੂੰ ਜ਼ਰੂਰ ਚੰਗੀ ਗਾਈਡੈਂਸ ਮਿਲੇਗੀ ਔਰ ਤੁਸੀਂ ਆਪਣਾ ਵਿਦੇਸ਼ ਜਾਣ ਦਾ ਸੁਪਨਾ ਜੋ ਹੈ ਸਾਕਾਰ ਕਰ ਸਕੋਗੇ। ਤੇ ਸਮਾਂ ਹਾਲਾਂਕਿ ਸਾਡਾ ਪੂਰਾ ਹੋ ਚੁੱਕਿਆ, ਪਰ ਇੱਕ ਛੋਟਾ ਜਿਹਾ ਮੈਸੇਜ ਸ਼ੈਨਗਨ ਕੰਟਰੀਜ਼ ਬਾਰੇ ਵੀ, ਤਾਂ ਕਿ ਸਟੂਡੈਂਟਸ ਅਵੇਅਰ ਹੋ ਸਕਣ, ਥੋੜੇ ਜਿਹੇ ਸ਼ਬਦਾਂ ਵਿੱਚ ਮੈਸੇਜ। ਮੈਂ ਬਸ ਇਹੀ ਕਹੂੰਗਾ ਕਿ ਇਹ ਸੈਮੀਨਾਰ ਸ਼ਾਇਦ ਤੁਹਾਡੀ ਕਿਸਮਤ ਬਦਲ ਦੇ। ਇੱਕ ਵਾਰੀ ਮੌਕਾ ਦੇ ਕੇ ਦੇਖੋ ਆਪਣੇ ਆਪ ਨੂੰ ਔਰ ਸਾਨੂੰ ਵੀ। ਜੀ ਬਿਲਕੁਲ। ਸੋ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਕਿ ਤੁਸੀਂ ਅੱਜ ਜੋ ਆਪਾਂ ਖਾਸ ਤੌਰ ਤੇ ਸ਼ੈਨਗਨ ਕੰਟਰੀਜ਼, ਪੋਲੈਂਡ, ਹੰਗਰੀ ਔਰ ਲਾਤਵੀਆ ਦੀ ਗੱਲ ਕੀਤੀ ਹੈ ਤੇ ਤੁਸੀਂ ਇਹ ਸਾਰੀ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ। ਉਮੀਦ ਕਰਦੇ ਹਾਂ ਤੁਸੀਂ ਇਸ ਸਾਰੀ ਜਾਣਕਾਰੀ ਦਾ ਫਾਇਦਾ ਟਾਈਮਲੀ ਜ਼ਰੂਰ ਚੱਕੋਗੇ। ਤੇ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਇਜਾਜ਼ਤ। ਧੰਨਵਾਦ। ਕੀ ਤੁਸੀਂ ਯੂਕੇ ਜਾਣਾ ਚਾਹੁੰਦੇ ਹੋ, ਕੈਨੇਡਾ ਜਾਣਾ ਚਾਹੁੰਦੇ ਹੋ, ਆਸਟ੍ਰੇਲੀਆ ਜਾਣਾ ਚਾਹੁੰਦੇ ਹੋ, ਸ਼ੈਨਗਨ ਕੰਟਰੀਆਂ ਦੇ ਵਿੱਚ ਜਰਮਨੀ ਜਾਣਾ ਚਾਹੁੰਦੇ ਹੋ, ਪੋਲੈਂਡ ਜਾਣਾ ਚਾਹੁੰਦੇ ਹੋ, ਹੰਗਰੀ ਜਾਣਾ ਚਾਹੁੰਦੇ ਹੋ ਔਰ ਲਾਤਵੀਆ ਜਾਣਾ ਚਾਹੁੰਦੇ ਹੋ, ਆਇਲਸ ਕੀਤੀ ਨਹੀਂ ਕੀਤੀ, ਸਟੱਡੀ ਦੇ ਵਿੱਚ ਗੈਪ ਹੈ, ਅਕੈਡਮਿਕਸ ਦੇ ਵਿੱਚ ਘੱਟ ਨੰਬਰ ਨੇ, ਸਿੰਗਲ ਜਾਣਾ ਚਾਹੁੰਦੇ ਹੋ ਜਾਂ ਫਿਰ ਸਪਾਊਸ ਦੇ ਨਾਲ ਜਾਣਾ ਚਾਹੁੰਦੇ ਹੋ, ਜਾਂ ਫਿਰ ਤੁਸੀਂ ਰਿਫਿਊਜ਼ਡ ਹੋ ਪਹਿਲੇ ਕਿਸੇ ਕੰਟਰੀ ਤੋਂ, ਤੇ WDIC ਤੁਹਾਡੇ ਵਾਸਤੇ ਖਾਸ ਤੌਰ ਤੇ ਲੈ ਕੇ ਆਇਆ ਹੈ ਇੱਕ ਛੱਤ ਥੱਲੇ ਸਾਂਝਾ ਸਿੱਖਿਆ ਮੇਲਾ, ਜੋ ਕਿ ਹੋ ਰਿਹਾ ਹੈ ਤੁਹਾਡੇ ਆਪਣੇ ਨਜ਼ਦੀਕੀ ਸ਼ਹਿਰਾਂ ਦੇ ਵਿੱਚ। 13 ਤਰੀਕ ਬਠਿੰਡਾ, 14 ਤਰੀਕ ਨਵਾਂ ਸ਼ਹਿਰ, 15 ਤਰੀਕ ਲੁਧਿਆਣਾ,
16 तारीख चंडीगढ़, 17 तारीख हुशियारपुर और 18 तारीख जलंधर। अपॉइंटमेंट बुक करने ਲਈ ਹੁਣੀ ਕਾਲ ਕਰੋ 7652815281 ਤੇ।